ਸੂਬੇਦਾਰ ਸ਼ਿਵ ਸਿੰਘ ਦੀ ਪੁਸਤਕ ਸਾਡਾ ਸੱਭਿਆਚਾਰਕ ਵਿਰਸਾ ਨਹੀਂ ਲੱਭਣੇ ਰੰਗ ਵਾਚੇ ਦਾ 5ਵਾਂ ਅਧਿਆਇ ਭਾਗ 1 ਮਨੁੱਖਤਾ ਦੀ ਸੁਰੱਖਿਆ ਵਾਸਤੇ ਮਕਾਨ। ਮਨੁੱਖ ਨੂੰ ਜ਼ਿੰਦਾ ਰਹਿਣ ਵਾਸਤੇ ਜਿੱਥੇ ਭੋਜਨ, ਸਰੀਰ ਨੂੰ ਢੱਕਣ ਵਾਸਤੇ ਕੱਪੜੇ ਜ਼ਰੂਰੀ ਨੇ, ਉੱਥੇ ਸਰੀਰਕ ਸੁਰੱਖਿਆ ਅਤੇ ਮੌਸਮ ਦੀ ਮਾਰ ਤੋਂ ਬਚਣ ਵਾਸਤੇ ਮਕਾਨ ਦੀ ਲੋੜ ਹੈ। ਮਕਾਨ ਇੱਟਾਂ, ਸੀਮੈਂਟ, ਬਜਰੀ ਅਤੇ ਲੋਹੇ ਨਾਲ ਉਸਾਰਿਆ ਹੋਇਆ ਢਾਂਚਾ ਨਹੀਂ ਹੁੰਦਾ, ਸਗੋਂ ਇਸ ਵਿੱਚ ਜਦ ਪਰਿਵਾਰ ਰਹਿਣ ਲੱਗ ਜਾਂਦਾ ਤਾਂ ਇਹ ਘਰ ਅਖਵਾਉਂਦਾ ਹੈ। ਇਸ ਨੂੰ ਜਿਵੇਂ ਸਾਰਾ ਦਿਨ ਅਸਮਾਨ ਤੋਂ ਉਡਾਰੀਆਂ ਲਾਉਂਦਾ ਰਹਿੰਦਾ ਪੰਛੀ ਸ਼ਾਮ ਵੇਲੇ ਥੱਕ ਕੇ ਆਰਾਮ ਕਰਨ ਅਤੇ ਰਾਤ ਕੱਟਣ ਵਾਸਤੇ ਆਪਣੇ ਆਲ੍ਹਣੇ ਵਿੱਚ ਤੇਜ਼ੀ ਨਾਲ ਆਉਂਦਾ ਹੈ, ਇਵੇਂ ਮਨੁੱਖ ਸਾਰਾ ਦਿਨ ਦੀ ਦੌੜ ਭੱਜ ਤੋਂ ਮਗਰੋਂ ਘਰ ਵੱਲ ਨੂੰ ਹੀ ਮੂੰਹ ਕਰਦਾ ਹੈ। ਮਨੁੱਖ ਵੱਲੋਂ ਰੀਝ ਨਾਲ ਬਣਵਾਏ ਹੋਏ ਆਪਣੇ ਘਰ ਨਾਲ ਬਹੁਤ ਪਿਆਰ ਹੋ ਜਾਂਦਾ ਹੈ। ਘਰ ਵਿੱਚ ਜਿੱਥੇ ਉਸ ਨੂੰ ਸੁੱਖ ਸ਼ਾਂਤੀ ਮਿਲਦੀ ਹੈ, ਉੱਥੇ ਮਨ ਨੂੰ ਸਕੂਨ ਵੀ ਮਿਲਦਾ ਹੈ। ਜਿਵੇਂ ਲਾਹੌਰ ਦੇ ਵਸਨੀਕ ਛੱਜੂ ਮੱਲ ਨੇ ਆਪਣੇ ਘਰ ਚੁਬਾਰੇ ਦੀ ਸਿਫਤ ਵਿੱਚ ਬਲਖ ਅਤੇ ਬੁਖਾਰੇ ਤੋਂ ਵੀ ਵੱਧ ਦੱਸਿਆ ਸੀ ਅਤੇ ਆਖਿਆ ਇਹ ਸੀ, ਜੋ ਸੁਖ ਛੱਜੂ ਦੇ ਚੁਬਾਰੇ ਉਹ ਬਲਖ ਨਾ ਬੁਖਾਰੇ। ਇਹ ਦੋਵੇਂ ਥਾਂ ਮੱਧ ਏਸ਼ੀਆ ਦੇ ਰਮਣੀਕ ਸ਼ਹਿਰ ਹਨ, ਜਿੱਥੇ ਲੋਕ ਮਨ ਨੂੰ ਸ਼ਾਂਤ ਕਰਨ ਵਾਸਤੇ ਦੂਰ ਦੂਰ ਤੋਂ ਜਾਂਦੇ ਹਨ। ਸੱਚ ਹੈ, ਮਨੁੱਖ ਦੇ ਮਨ ਨੂੰ ਸ਼ਾਂਤੀ ਬਖਸ਼ਣ ਵਾਲੀ ਤੀਸਰੀ ਮਨੁੱਖੀ ਲੋੜ ਸਿਰਫ ਮਕਾਨ ਹੀ ਹੁੰਦਾ ਹੈ, ਬਾਕੀ ਹੋਰ ਲੋੜਾਂ ਬਾਅਦ ਦੀਆਂ ਹਨ। ਨਾਗੇਜ਼ ਕਾਲ ਵੇਲੇ ਤੋਂ ਮਗਰੋਂ ਜਦੋਂ ਮਨੁੱਖ ਸੱਭਿਅਤਾ ਵੱਲ ਮੋੜ ਕੱਟਣ ਲੱਗ ਪਿਆ ਹੋਵੇਗਾ, ਤਦ ਮਨੁੱਖ ਨੇ ਪਹਿਲ ਮੌਸਮਾਂ ਦੀ ਮਾਰ, ਹਨੇਰੀ, ਝੱਖੜਾਂ ਤੋਂ ਬਚਣ ਵਾਸਤੇ ਰੁੱਖਾਂ, ਪਹਾੜੀ ਗੁਫਾਵਾਂ ਤੋਂ ਓਟ ਆਸਰਾ ਲਿਆ ਹੋਵੇਗਾ। ਉਸ ਤੋਂ ਪਿੱਛੋਂ ਹੋਰ ਸੱਭਿਅਕ ਹੋ ਕੇ ਕੱਖਾਂ, ਕਾਨਿਆਂ ਅਤੇ ਰੁੱਖਾਂ ਦੇ ਛਾਪਿਆਂ ਦੀਆਂ ਛੰਨਾਂ, ਕੁੱਲੀਆਂ ਬਣਾਉਣਾ ਸਿੱਖ ਲਿਆ ਹੋਵੇਗਾ। ਫਿਰ ਕੁੱਲੀਆਂ ਨੂੰ ਹੋਰ ਮਜ਼ਬੂਤੀ ਦੇਣ ਵਾਸਤੇ ਪੱਥਰਾਂ ਨੂੰ ਗਾਰੇ ਨਾਲ ਚਿਣ ਕੇ ਕੰਧਾਂ ਬਣਾਈਆਂ ਹੋਣਗੀਆਂ ਅਤੇ ਉਸ ਦੇ ਅੰਦਰ ਜਾਣ ਅਤੇ ਬਾਹਰ ਆਉਣ ਵਾਸਤੇ ਰਾਹ ਰੱਖਿਆ ਹੋਵੇਗਾ ਅਤੇ ਉਸ ਨੂੰ ਬੰਦ ਕਰਨ ਅਤੇ ਖੋਲ੍ਹਣ ਲਈ ਕੱਖਾਂ, ਕਾਨਿਆਂ ਦੀ ਸਿਰਕੀ ਬਣਾਈ ਹੋਵੇਗੀ। ਜਿਵੇਂ ਜਿਵੇਂ ਮਨੁੱਖ ਹੋਰ ਸੱਭਿਅਕ ਹੁੰਦਾ ਗਿਆ ਹੋਵੇਗਾ, ਤਿਵੇਂ ਤਿਵੇਂ ਉਸ ਦੀ ਸੋਚ ਯਾਨੀ ਹੋਰ ਤਰੱਕੀ ਕਰਕੇ ਸੁਧਾਰ ਹੁੰਦਾ ਗਿਆ ਅਤੇ ਜਦ ਮਾਨਵੀ ਸੋਚ ਹੋਰ ਵਿਕਸਿਤ ਹੋ ਗਈ ਹੋਵੇਗੀ, ਤਦ ਮਨੁੱਖ ਸਮਝ ਗਿਆ ਹੋਵੇਗਾ ਕਿ ਪੱਥਰਾਂ ਨੂੰ ਚੀਕਣੀ ਮਿੱਟੀ ਦੇ ਬਣੇ ਗਾਰੇ ਨਾਲ ਚਿਣ ਕੇ ਪੱਕੀਆਂ ਕੰਧਾਂ ਬਣਾਈਆਂ ਜਾ ਸਕਦੀਆਂ ਨੇ ਅਤੇ ਕੰਧਾਂ ਬਣਾ ਕੇ ਛੋਟੇ ਵੱਡੇ ਵੱਖ-ਵੱਖ ਆਕਾਰ ਦੇ ਕੋਠੇ ਵੀ ਬਣਾਏ ਜਾ ਸਕਦੇ ਹਨ, ਜਿਸ ਦੇ ਵਿੱਚ ਲੱਗੇ ਗਾਰੇ ਨੂੰ ਚੰਗੀ ਤਰ੍ਹਾਂ ਸੁੱਕਣ ਤੋਂ ਮਗਰੋਂ ਕੰਧਾਂ ਉੱਪਰ ਕੱਟੇ ਹੋਏ ਰੁੱਖ ਦੀਆਂ ਲਟੈਣਾਂ ਅਤੇ ਕਾਨਿਆਂ ਨੂੰ ਰੱਖ ਕੇ ਛੱਤ ਵਾਲੇ ਸੁਰੱਖਿਅਤ ਕੋਠੇ ਵੀ ਬਣਾਏ ਜਾ ਸਕਦੇ ਹਨ, ਜਿਸ ਨੂੰ ਉਹ ਵਿਗਿਆਨ ਦੀ ਨਵੀਂ ਕਾਢ ਕੱਢੀ ਕਹਿੰਦੇ ਹੋਣਗੇ। ਕੋਠਾ ਸੱਭਿਆਚਾਰ ਸ਼ੁਰੂ ਹੋਏ ਤੋਂ ਮਗਰੋਂ ਇਸ ਨੂੰ ਨਵੇਂ ਯੁੱਗ ਦਾ ਵਿਗਿਆਨਕ ਯੁੱਗ ਕਹਿਣਾ ਸ਼ੁਰੂ ਕਰ ਦਿੱਤਾ ਹੋਵੇਗਾ ਅਤੇ ਪੁਰਾਣੇ ਕੁੱਲੀ ਅਤੇ ਝੌਂਪੜੀ ਯੁੱਗ ਨੂੰ ਗਿਆਨ ਅਤੇ ਪੁਰਾਣਾ ਸੱਭਿਆਚਾਰ ਸਮਝ ਕੇ ਛੱਡ ਦੇਣਾ ਸ਼ੁਰੂ ਕਰ ਦਿੱਤਾ ਹੋਵੇਗਾ। ਕੁੱਲੀ ਅਤੇ ਝੁੱਗੀ ਝੌਂਪੜੀ ਸੱਭਿਆਚਾਰ ਭਾਵੇਂ ਹਜ਼ਾਰਾਂ ਨਹੀਂ ਲੱਖਾਂ ਸਾਲ ਪੁਰਾਣਾ ਜ਼ਰੂਰ ਹੋ ਸਕਦਾ, ਪਰ ਫਿਰ ਵੀ ਇਹ ਲੋਪ ਨਹੀਂ ਹੋ ਸਕਿਆ, ਸਗੋਂ ਇਸ ਦੀ ਹੋਂਦ ਹੁਣ ਵੀ ਨਿਰੰਤਰ ਚੱਲ ਰਹੀ ਹੈ। ਇਹ ਦੂਸਰੇ ਭਾਰਤੀ ਸੂਬਿਆਂ ਵਿੱਚ ਹੀ ਨਹੀਂ, ਸਗੋਂ ਪੰਜਾਬ ਵਿੱਚ ਵੀ ਨਜ਼ਰ ਆ ਰਿਹਾ ਹੈ। ਪੰਜਾਬ ਵਿੱਚ ਆਏ ਹਰੇ ਇਨਕਲਾਬ ਦੀ ਸ਼ੁਰੂਆਤ ਦੇ ਵੇਲੇ ਤੋਂ ਹੀ ਵਿੱਦਿਆ ਦੇ ਹੋਏ ਪਸਾਰ ਨਾਲ ਸੋਚ ਵਿੱਚ ਆਈ ਕ੍ਰਾਂਤੀ ਅਤੇ ਆਰਥਿਕ ਸੁਧਾਰ ਕਰਕੇ ਕੋਠਾ ਸੱਭਿਆਚਾਰ ਭਾਵੇਂ ਬਦਲ ਅਤੇ ਤਰੱਕੀ ਕਰਕੇ ਕੋਠੀ ਸੱਭਿਆਚਾਰ ਬਣਨਾ ਸ਼ੁਰੂ ਹੋ ਗਿਆ, ਪਰ ਕੋਠੇ ਦੇ ਸੁੰਦਰ ਰੂਪ ਦਾ ਨਾਂ ਕੋਠੀ ਰੱਖ ਦਿੱਤਾ। ਹੁਣ ਤਾਂ ਅਲੋਪ ਹੋ ਰਹੇ ਹਵੇਲੀ ਸ਼ਬਦ ਨੂੰ ਵੀ ਬਹੁਤ ਜ਼ਿਆਦਾ ਮਹੱਤਵ ਦੇ ਕੇ ਜਲੰਧਰ ਤੋਂ ਫਗਵਾੜੇ ਵਾਲੇ ਪਾਸੇ ਨੂੰ ਸੜਕ ਦੇ ਨਾਲ ਹਵੇਲੀ ਨਾਂ ਦਾ ਵਪਾਰਕ ਪੁਰਾਣੇ ਸ਼ਬਦ ਨੂੰ ਵੀ ਅਲੋਪ ਹੋਣ ਤੋਂ ਬਚਾਉਂਦਾ ਹੀ ਨਹੀਂ, ਸਗੋਂ ਨਵੇਂ ਅਰਥ ਵੀ ਦੇ ਰਿਹਾ। ਪਿੰਡਾਂ ਵਿੱਚ ਪੁਰਾਣੇ ਸਮੇਂ ਵੇਲੇ ਇੱਕ ਵੱਖਰੇ ਤੇ ਘਰਾਂ ਦੇ ਪਿਛਲੇ ਪਾਸੇ ਘਰੇਲੂ ਪਸ਼ੂਆਂ ਨੂੰ ਸਰਦੀਆਂ ਵਿੱਚ ਰਾਤ ਵੇਲੇ ਅੰਦਰ ਰੱਖਣ ਲਈ ਬਣਾਏ ਕੱਚੇ ਜਿਹੇ ਕੋਠੇ ਨੂੰ ਹਵੇਲੀ ਜਾਂ ਹਵੇਲੀ ਕਿਹਾ ਜਾਂਦਾ ਸੀ ਅਤੇ ਆਉਣ ਵਾਲੇ ਸਤਿਕਾਰਤ ਮਹਿਮਾਨਾਂ ਯਾਨੀ ਪ੍ਰਾਹੁਣਿਆਂ ਦੇ ਵਾਸਤੇ ਬਣਵਾਏ ਸੁੰਦਰ ਕਮਰੇ ਨੂੰ ਬੈਠਕ ਦਾ ਨਾਂ ਦਿੱਤਾ ਗਿਆ ਸੀ। ਮਕਾਨ ਸੱਭਿਆਚਾਰ ਨੇ ਬਦਲ ਕੇ ਹੁਣ ਤੱਕ ਵੱਡੀ ਅੰਗੜਾਈ ਲਈ ਹੈ। ਹੁਣ ਇਸ ਨੂੰ ਵਿਸਥਾਰ ਨਾਲ ਕਿਹਾ ਜਾ ਰਿਹਾ ਹੈ। ਇਸ ਦਾ ਸਫ਼ਰ ਕੁੱਲੀ ਤੋਂ ਸ਼ੁਰੂ ਹੋ ਕੇ ਮੌਜੂਦਾ ਸਮੇਂ ਦੇ ਕੋਠੀ ਸੱਭਿਆਚਾਰ ਤੱਕ ਪਹੁੰਚ ਗਿਆ ਹੈ। ਮਕਾਨ ਸੱਭਿਆਚਾਰ ਦਾ ਕੁੱਲੀ ਤੋਂ ਲੈ ਕੇ ਕੋਠੀ ਤੱਕ ਦਾ ਸਫ਼ਰ ਬਹੁਤ ਪੁਰਾਣੇ ਸਮੇਂ ਵੇਲੇ ਜਦੋਂ ਮਨੁੱਖ ਸੱਭਿਅਤਾ ਵੱਲ ਤੁਰ ਪਿਆ ਹੋਵੇਗਾ, ਤਾਂ ਉਸਨੇ ਮੀਂਹ, ਹਨੇਰੀ, ਝੱਖੜਾਂ ਅਤੇ ਮੌਸਮਾਂ ਜਿਵੇਂ ਗਰਮੀ ਅਤੇ ਸਰਦੀ ਦੀ ਮਾਰ ਤੋਂ ਆਪਣੇ ਸਰੀਰ ਦੀ ਸੁਰੱਖਿਆ ਕਰਨ ਵਾਸਤੇ ਸੋਚਿਆ ਹੋਵੇਗਾ, ਤਾਂ ਉਸ ਵੇਲੇ ਉਹ ਸੱਭਿਅਤਾ ਦੇ ਉਹ ਪਹਿਲੇ ਪੜਾਅ ਵਿੱਚ ਹੋਵੇਗਾ। ਤਾਂ ਉਸ ਨੂੰ ਸੁੱਝ ਗਿਆ ਹੋਵੇਗਾ ਕਿ ਕੱਖਾਂ, ਕਾਨਿਆਂ ਅਤੇ ਰੁੱਖਾਂ ਦੇ ਛਾਪਿਆਂ ਨਾਲ ਉਸ ਦੀਆਂ ਕੁਦਰਤੀ ਮੁਸ਼ਕਲਾਂ ਤੋਂ ਬਚਣ ਲਈ ਕੁੱਲੀ ਬਣਾ ਕੇ ਸਰੀਰਕ ਸੁਰੱਖਿਆ ਤਾਂ ਕੀਤੀ ਜਾ ਸਕਦੀ ਹੈ। ਤਦ ਉਸਨੇ ਇਸ ਤਰ੍ਹਾਂ ਕਰਕੇ ਮਨੁੱਖਤਾ ਵਾਸਤੇ ਪਹਿਲਾ ਅਤੇ ਮੁੱਢਲਾ ਸੁਰੱਖਿਆ ਘਰ ਬਣਾ ਕੇ ਅੱਗੇ ਵਧਣ ਅਤੇ ਸਫ਼ਰ ਕਰਨ ਦਾ ਮੁੱਢ ਬੰਨ੍ਹ ਦਿੱਤਾ ਹੋਵੇਗਾ। ਮਨੁੱਖ ਦਾ ਮੁੱਢਲਾ ਮਕਾਨ ਕੁੱਲੀ, ਝੌਂਪੜੀ ਅਤੇ ਛੰਨ। ਕੁੱਲੀ ਅਤੇ ਝੁੱਗੀ ਝੌਂਪੜੀ ਅਤੇ ਛੰਨ ਤਿੰਨੋਂ ਨਾਂ ਕੱਖਾਂ, ਕਾਨਿਆਂ ਜਾਂ ਰੁੱਖੀ ਛਾਪਿਆਂ ਨਾਲ ਬਣੀ ਹੋਈ ਕੁੱਲੀ ਦੇ ਹੀ ਵੱਖ-ਵੱਖ ਨਾਂ ਨੇ। ਇਹਨਾਂ ਵਿੱਚੋਂ ਝੌਂਪੜੀ ਸ਼ਬਦ ਹਿੰਦੀ ਦਾ
ਪਰ ਮੌਜੂਦਾ ਸਮੇਂ ਵੇਲੇ ਜਦੋਂ ਕੁੱਲੀਆਂ ਬਣੀਆਂ ਹੋਈਆਂ ਵੱਲ ਨਜ਼ਰ ਜਾਂਦੀ ਹੈ ਤਾਂ ਸਭ ਦੀ ਬਣਾਵਟ ਇੱਕ ਨਾ ਹੋਣ ਕਰਕੇ ਉਹ ਵੱਖ-ਵੱਖ ਤਰੀਕਿਆਂ ਨਾਲ ਬਣੀਆਂ ਹੋਈਆਂ ਨਜ਼ਰ ਆਉਂਦੀਆਂ ਹਨ। ਹਰ ਤਰ੍ਹਾਂ ਦੀਆਂ ਕੁੱਲੀਆਂ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਉਸ ਦਾ ਢਾਂਚਾ ਹੀ ਤਿਆਰ ਕੀਤਾ ਜਾਂਦਾ ਹੈ, ਜਿਸ ਵਾਸਤੇ ਸਭ ਤੋਂ ਪਹਿਲਾਂ ਉਸ ਦੇ ਥਾਂ ਦੀ ਚੋਣ ਕੀਤੀ ਜਾਂਦੀ ਹੈ। ਕੁੱਲੀ ਐਸੀ ਥਾਂ ਬਣਾਈ ਜਾਂਦੀ ਹੈ ਜੋ ਸੱਜੇ ਤੇ ਖੱਬੇ ਭਾਵ 4 ਚੁਫੇਰੇ ਵਾਲੀ ਥਾਂ ਤੋਂ ਉੱਚੀ ਥਾਂ ਹੋਵੇ, ਤਾਂ ਕਿ ਬਾਰਿਸ਼ ਦਾ ਪਾਣੀ ਉੱਥੇ ਖੜਾ ਨਾ ਹੋ ਸਕੇ ਤੇ ਦੂਰ ਕਿਸੇ ਨੀਵੇਂ ਪਾਸੇ ਜਾ ਸਕੇ। ਹੋ ਸਕਦਾ ਹੈ ਕਿ ਸ਼ੁਰੂ ਵਿੱਚ ਇਹਨਾਂ ਗੱਲਾਂ ਵੱਲ ਧਿਆਨ ਘੱਟ ਦਿੱਤਾ ਗਿਆ ਹੋਵੇਗਾ, ਜਿਸ ਕਰਕੇ ਆਈਆਂ ਮੁਸ਼ਕਲਾਂ ਤੇ ਉਹਨਾਂ ਦੇ ਕੀਤੇ ਹੱਲ ਤੋਂ ਹੋਏ ਤਜਰਬਿਆਂ ਤੋਂ ਇਹ ਸਭ ਕੁਝ ਸਿੱਖ ਲਿਆ ਹੋਵੇਗਾ। ਕਿਉਂਕਿ ਕੋਈ ਵੀ ਇਨਸਾਨ ਜਨਮ ਤੋਂ ਹੀ ਮਾਹਰ ਬਣ ਕੇ ਜਨਮ ਨਹੀਂ ਲੈਂਦਾ, ਸਗੋਂ ਮੁਹਾਰਤ ਤਾਂ ਕੰਮ ਕਰਨ ਤੋਂ ਮਗਰੋਂ ਨਸੀਬ ਹੁੰਦੀ ਹੈ। ਝੁੱਗੀ ਚੌਂਪੜੀ ਜਾਂ ਛੰਨਾਂ ਤੇ ਅੱਜ ਕੱਲ੍ਹ ਦੀਆਂ ਸੀਮੈਂਟ, ਬਜਰੀ, ਰੇਤ, ਇੱਟਾਂ ਤੇ ਸਰੀਏ ਨਾਲ ਬਣੀਆਂ ਹੋਈਆਂ ਇਮਾਰਤਾਂ ਵਾਂਗੂ ਸਰਦੀ ਗਰਮੀ ਦੇ ਮੌਸਮਾਂ, ਬਾਰਿਸ਼ਾਂ, ਹਨੇਰੀਆਂ, ਝੱਖੜਾਂ ਤੇ ਤੂਫਾਨਾਂ ਵੱਲੋਂ ਦਿੱਤੀਆਂ ਗਈਆਂ ਤੰਗੀਆਂ ਦੇ ਝਟਕੇ ਨਹੀਂ ਝੱਲ ਸਕਦੀਆਂ। ਸਿਰਫ ਪੁਰਾਣੇ ਸਮੇਂ ਤੋਂ ਮਾਮੂਲੀ ਸਹਾਰੇ ਹੀ ਬਣਦੀਆਂ ਰਹੀਆਂ, ਜਿਸ ਕਰਕੇ ਉਸ ਯੁੱਗ ਵਿੱਚ ਮਨੁੱਖਤਾ ਨੇ ਇਸ ਕਿਸਮ ਦੀਆਂ ਆਈਆਂ ਮੁਸੀਬਤਾਂ ਦਾ ਡਟ ਕੇ ਸਾਹਮਣਾ ਵੀ ਕੀਤਾ ਹੋਵੇਗਾ ਤੇ ਤੰਗੀਆਂ ਨੂੰ ਆਪਣੇ ਪਿੰਡੇ ਉੱਤੇ ਹੰਡਾਉਣ ਤੇ ਚੱਲਣ ਦੇ ਸਮਰੱਥ ਵੀ ਬਣਾਇਆ ਹੋਵੇਗਾ ਤੇ ਨਾਲ ਇਹਨਾਂ ਮੁਸ਼ਕਲਾਂ ਤੋਂ ਛੁਟਕਾਰਾ ਪਾਉਣ ਦੇ ਢੰਗ ਤਰੀਕੇ ਵੀ ਸੋਚ ਲਏ ਹੋਣਗੇ। ਇਸ ਤਰ੍ਹਾਂ ਸੋਚਣ ਅਤੇ ਢੰਗ ਤਰੀਕੇ ਅਪਣਾਉਂਦਿਆਂ ਹੀ ਨਵੀਆਂ ਕਾਢਾਂ ਜਨਮ ਲੈਂਦੀਆਂ ਹਨ। ਢਾਂਚਾ ਤਿਆਰ ਕਰਨਾ। ਝੁੱਗੀ ਚੌਂਪੜੀ ਦੇ ਥਾਂ ਦੀ ਚੋਣ ਕਰਕੇ ਉਸ ਦੀ ਲੰਬਾਈ, ਚੌੜਾਈ ਤੇ ਅੰਦਰ ਵੜਨ ਦੇ ਬਾਹਰ ਨਿਕਲਣ ਵਾਲਾ ਰਾਹ ਰੱਖਣ ਦੀ ਚੋਣ ਕਰਨੀ ਵੀ ਜ਼ਰੂਰੀ ਹੁੰਦੀ ਹੈ। ਸਾਰੇ ਫੈਸਲੇ ਲੈ ਲੈਣ ਤੋਂ ਮਗਰ ਉਸ ਦੀ ਉਚਾਈ ਅਨੁਸਾਰ ਹੋਰ ਓਨੀਆਂ ਲੰਬੀਆਂ ਧਰਤੀ ਵਿੱਚ ਗੱਡਣ ਵਾਲੀਆਂ ਲੱਕੜੀ ਦੀਆਂ ਬੱਲੀਆਂ ਦੀ ਲੋੜ ਹੁੰਦੀ ਹੈ, ਜਿੰਨੀ ਡੂੰਘਾਈ ਤੱਕ ਬੱਲੀਆਂ ਨੂੰ ਕੱਢਣਾ ਜ਼ਰੂਰੀ ਹੁੰਦਾ ਹੈ। ਧਰਤੀ ਵਿੱਚ ਡੂੰਘੀਆਂ ਗੱਡੀਆਂ ਹੋਈਆਂ ਬੱਲੀਆਂ ਹੀ ਝੁੱਗੀ ਝੌਂਪੜੀ ਦੀ ਹਨੇਰੀਆਂ, ਝੱਖੜਾਂ ਵੇਲੇ ਮਜ਼ਬੂਤੀ ਦੀ ਗਰੰਟੀ ਬਣਦੀਆਂ ਹੁੰਦੀਆਂ ਹਨ। ਇਸ ਕਰਕੇ ਇਹਨਾਂ ਨੂੰ ਲੋੜ ਮੁਤਾਬਕ ਡੂੰਘਾ ਗੱਡਿਆ ਜਾਣਾ ਚਾਹੀਦਾ ਅਤੇ ਮਜ਼ਬੂਤ ਢਾਂਚੇ ਨੂੰ ਤਿਆਰ ਕਰਕੇ ਫਿਰ ਸੰਭਾਲੇ ਹੋਏ ਕੱਖਾਂ ਕਾਨਿਆਂ ਨੂੰ ਉਸ ਢਾਂਚੇ ਦੇ 4 ਚੁਫੇਰੇ ਰੱਸੀਆਂ ਨਾਲ ਹੋਰ ਡੰਡੇ ਲਾ ਕੇ ਬੰਨ੍ਹਿਆ ਜਾਂਦਾ ਹੈ। ਇਹ ਸਾਰੀ ਕਾਰਵਾਈ ਤੂੜੀ ਵਾਲੇ ਕੁੱਪ ਬਣਾਉਣ ਵਾਂਗੂ ਹੀ ਕੀਤੀ ਜਾਂਦੀ ਹੈ, ਜਿਵੇਂ ਕਿਸਾਨ ਤੂੜੀ ਨੂੰ ਸੰਭਾਲਣ ਵਾਸਤੇ ਕੁੱਪ ਨੂੰ ਉਸਾਰਨ ਵੇਲੇ ਕਰਦੇ ਹੁੰਦੇ ਆ। ਸਮੇਂ ਵਿੱਚ ਵੱਡਾ ਬਦਲਾਅ ਆ ਜਾਣ 'ਤੇ ਹੁਣ ਤਾਂ ਕਿਸਾਨ ਤੂੜੀ ਵੀ ਕੁੱਪਾਂ ਦੀ ਥਾਂ ਸ਼ੈੱਡਾਂ ਵਿੱਚ ਸੰਭਾਲਣ ਲੱਗ ਪਏ ਹਨ। ਕੱਖਾਂ ਕਾਨਿਆਂ ਦੀ ਲੰਬਾਈ ਮੁਤਾਬਕ ਹੀ ਕੁੱਪ ਵਾਂਗੂ ਹੀ ਢਾਂਚੇ ਦੀ ਛੱਤ 'ਤੇ 4 ਚੁਫੇਰੇ ਵਾਰ ਦਿੱਤੇ ਜਾਂਦੇ ਹਨ। ਖਿਆਲ ਇਹ ਰੱਖਿਆ ਜਾਂਦਾ ਹੈ ਕਿ ਝੁੱਗੀਆਂ ਚੌਪੜੀ ਦੀ ਛੱਤ ਵਾਲੇ ਕੱਖਾਂ ਕਾਨਿਆਂ ਦੇ ਵਾਰਾਂ ਦਾ ਢਲਵਾਨੀ ਹੋਣਾ ਜ਼ਰੂਰੀ ਹੈ, ਭਾਵੇਂ ਢਲਵਾਨ ਇੱਕ ਪਾਸੇ ਨੂੰ ਭਾਵੇਂ 2 ਪਾਸੇ ਵੱਲ ਹੋਵੇ, ਤਾਂ ਕਿ ਬਾਰਿਸ਼ ਦਾ ਪਾਣੀ ਬਹੁਤ ਜਲਦੀ ਹੇਠਾਂ ਵੱਲ ਡਿੱਗਦਾ ਰਹੇ। ਇਹ ਵੀ ਹੋਣਾ ਜ਼ਰੂਰੀ ਹੈ ਕਿ ਛੱਤ ਵਾਲੇ ਕੱਖ ਕਾਨਿਆਂ ਦਾ ਬਾਹਰ ਵੱਲ ਕਿਨਾਰਾ ਹੇਠਲੇ ਢਾਂਚੇ ਤੋਂ ਵੀ ਬਾਹਰ ਘੱਟੋ ਘੱਟ 1 ਫੁੱਟ ਜ਼ਰੂਰ ਹੋਣਾ ਚਾਹੀਦਾ ਹੈ। ਉਸ ਤੋਂ ਮਗਰੋਂ ਝੁੱਗੀ ਚੌਂਪੜੀ ਦੇ ਅੰਦਰ ਤੇ ਬਾਹਰ ਜਾਣ ਵਾਸਤੇ ਦਰਵਾਜ਼ੇ ਵਾਸਤੇ ਵੀ ਮਜ਼ਬੂਤ ਤੇ ਥੋੜ੍ਹੇ ਵੱਡੇ ਆਕਾਰ ਦੀ ਸਿਰਕੀ ਬਣਾਉਣੀ ਪੈਂਦੀ ਹੈ। ਇਸ ਤਰ੍ਹਾਂ ਢਾਂਚਾ ਤਿਆਰ ਕਰਕੇ ਉਸ ਵੇਲੇ ਲੱਗੇ ਕੱਖਾਂ ਕਾਨਿਆਂ ਦੇ ਹੇਠਲੇ ਪਾਸੇ ਅੰਦਰ ਤੇ ਬਾਹਰ ਵੀ ਨਾਲ ਹੋਰ ਮਿੱਟੀ ਦਾ ਲੱਗਣਾ ਵੀ ਬਹੁਤ ਜ਼ਰੂਰੀ ਹੈ। ਹੁਣ ਤਾਂ ਸਮੇਂ ਨੇ ਬਹੁਤ ਤਰੱਕੀ ਕਰ ਲਈ ਹੈ, ਜਿਸ ਕਰਕੇ ਪੋਲੀਥੀਨ ਦੇ ਟੁਕੜੇ ਬਣਾ ਕੇ ਢਾਂਚੇ ਦੇ 4 ਚੁਫੇਰੇ ਤੇ ਛੱਤ ਦੇ ਉੱਪਰ ਲਪੇਟ ਦਿੱਤੇ ਜਾਂਦੇ ਨੇ, ਜੋ ਬਾਰਿਸ਼ ਦੇ ਪਾਣੀ ਤੋਂ ਬਹੁਤ ਬਚਾਉਂਦੇ ਹਨ। ਪਹਿਲਾਂ ਵੀ ਕੀਤੇ ਗਏ ਜ਼ਿਕਰ ਮੁਤਾਬਕ ਝੁੱਗੀਆਂ ਝੌਂਪੜੀਆਂ ਹੀ ਨਹੀਂ, ਸਗੋਂ ਮਕਾਨਾਂ ਦੀਆਂ ਅਤੇ ਛੱਤਾਂ ਦੀ ਬਣਤਰ ਉੱਥੋਂ ਦੇ ਮੌਸਮ, ਪੌਣ ਪਾਣੀ, ਜ਼ਮੀਨੀ ਉਚਾਈ ਦੇ ਹਿਸਾਬ ਨਾਲ ਉਸਾਰੀ ਜਾਂਦੀ ਹੈ। ਜਿਵੇਂ ਪੂਰਬੀ ਭਾਰਤ ਵਿੱਚ ਹੁੰਦੀ ਜ਼ਿਆਦਾ ਬਾਰਿਸ਼ ਕਾਰਨ ਝੁੱਗੀ ਝੌਂਪੜੀਆਂ ਤੇ ਮਕਾਨਾਂ ਦੀਆਂ ਛੱਤਾਂ ਢਲਵਾਨ ਵਾਲੀਆਂ ਹੁੰਦੀਆਂ ਹਨ। ਨਾਗਾਲੈਂਡ ਵਿਖੇ ਵੇਖਣ ਵਿੱਚ ਆਇਆ ਕਿ ਉੱਥੇ ਜ਼ਿਆਦਾ ਬਾਰਿਸ਼ ਹੁੰਦੀ ਹੋਣ ਕਰਕੇ ਸਾਰੀ ਆਬਾਦੀ ਪਹਾੜੀਆਂ ਦੇ ਸਿਖਰਾਂ ਤੇ ਝੌਂਪੜੀ ਦੇ ਸਮੂਹ ਵਾਲੇ ਪਿੰਡ ਆਉਂਦੀ ਹੈ ਤੇ ਧਰਤੀ ਦੀ ਸਲਾਬ ਤੋਂ ਬਚਣ ਵਾਸਤੇ ਝੌਂਪੜੇ ਦੇ ਅੰਦਰ ਤੇ ਇੱਕ ਪਾਸੇ ਬੱਲੀਆਂ ਕੱਢ ਕੇ ਧਰਤੀ ਨਾਲ 2 ਕੁ ਫੁੱਟ ਉੱਚੇ ਸੌਣ ਵਾਸਤੇ ਮੰਜੇ ਜਾਂ ਸਮਾਨ ਰੱਖਣ ਵਾਸਤੇ ਆਸਰੇ ਜੇ ਬਣਾਏ ਹੋਏ ਹੁੰਦੇ ਹਨ। ਉੱਥੇ ਬਾਰਿਸ਼ ਜ਼ਿਆਦਾ ਹੋਣ ਕਰਕੇ ਰਿਹਾਇਸ਼ ਨੀਵੇਂ ਪਾਸੇ ਜਾਂ ਪਹਾੜੀ ਦੀ ਢਲਵਾਨ ਵਾਲੀ ਥਾਂ 'ਤੇ ਨਹੀਂ ਰੱਖੀ ਜਾ ਸਕਦੀ, ਪਰ ਜੰਮੂ ਕਸ਼ਮੀਰ ਦੀਆਂ ਉੱਚੀਆਂ ਪਹਾੜੀਆਂ ਉੱਤੇ ਬਰਫ਼ ਪੈਣ ਕਰਕੇ ਰਿਹਾਇਸ਼ ਨੀਵੇਂ ਢਲਵਾਨੀ ਥਾਂ ਉੱਤੇ ਹੀ ਠੀਕ ਰਹਿੰਦੀ ਹੈ। ਪੰਜਾਬ ਦੇ ਹਾਲਾਤਾਂ ਨੇ ਬਹੁਤ ਪਲਟਾ ਮਾਰਿਆ। ਇਸ ਵੇਲੇ ਕਿਸਾਨ ਆਪਣੇ ਪਸ਼ੂਆਂ ਨੂੰ ਬਣਾਏ ਹੋਏ ਸ਼ੈੱਡਾਂ ਹੇਠ ਜਾਂ ਪੱਕੀਆਂ ਕੰਧਾਂ ਦੇ ਵੱਡੇ ਵਲਗਣਾਂ ਦੇ ਅੰਦਰ ਹੀ ਰੱਖਦੇ ਹਨ ਅਤੇ ਉੱਥੇ ਹੀ ਉਹਨਾਂ ਦੇ ਚਾਰਾ ਖਾਣ ਵਾਸਤੇ ਪੱਕੀਆਂ ਖੁਰਲੀਆਂ ਬਣਵਾਈਆਂ ਹੋਈਆਂ ਹਨ, ਜਿਸ ਕਰਕੇ ਪਸ਼ੂਆਂ ਨੂੰ ਘਰੋਂ ਦੂਰ ਖੇਤਾਂ ਵਿੱਚ ਜਾਣ ਦਾ ਮੌਕਾ ਵੀ ਨਹੀਂ ਮਿਲਦਾ। ਪੰਜਾਬ ਵਿੱਚ ਖੇਤੀ ਦਾ ਧੰਦਾ ਕਰਨ ਦੇ ਸਾਰੇ ਢੰਗ ਤਰੀਕੇ ਬਦਲ ਗਏ ਹਨ, ਜਿਸ ਕਰਕੇ ਕਿਸਾਨਾਂ ਨੂੰ ਹੁਣ ਚੁੱਕਵੀਆਂ ਛੰਨਾਂ ਦੀ ਲੋੜ ਨਹੀਂ ਰਹੀ। ਇਸ ਲਈ ਉਹਨਾਂ ਨੂੰ ਬਣਵਾਉਣੋਂ ਵੀ ਬੰਦ ਕਰ ਦਿੱਤਾ ਹੈ, ਜਿਸ ਕਾਰਨ ਖੇਤੀ ਧੰਦੇ ਅੰਦਰ ਇਸ ਵੇਲੇ ਟਰੈਕਟਰ ਦਾ ਕਬਜ਼ਾ ਹੋ ਚੁੱਕਿਆ ਹੈ। ਟਰੈਕਟਰ ਸਮੇਂ ਦੀ ਲੋੜ ਹੀ ਨਹੀਂ, ਸਗੋਂ ਸਮੇਂ ਦੀ ਬੱਚਤ ਵੀ ਹੈ, ਜਿਸ ਕਰਕੇ ਖੇਤੀ ਧੰਦਾ ਕਰਨ ਵਾਸਤੇ ਹੁਣ ਬਲਦਾਂ ਦੀ ਲੋੜ ਨਹੀਂ ਰਹੀ। ਕਿਸਾਨ ਹੁਣ ਸਿਰਫ ਦੁੱਧ ਦੀ ਲੋੜ ਪੂਰੀ ਕਰਨ ਵਾਸਤੇ ਦੁੱਧ ਦੇਣ ਵਾਲੇ ਪਸ਼ੂ ਅਥਵਾ ਮੱਝਾਂ ਤੇ ਗਾਈਆਂ ਹੀ ਰੱਖਦੇ ਹਨ। ਸਾਰੇ ਪਸ਼ੂ ਪਾਲਕ ਉਹਨਾਂ ਦੇ ਬੱਚਿਆਂ ਵਿੱਚੋਂ ਵੱਛੀਆਂ ਤੇ ਕੱਟੀਆਂ ਨੂੰ ਰੱਖ ਲੈਂਦੇ ਹਨ ਤੇ ਵੱਛਿਆਂ ਨੂੰ ਵੱਡੇ ਹੋਏ ਤੋਂ ਸਰਦੀਆਂ ਤੋਂ ਪਹਿਲਾਂ ਹੀ ਸੰਭਾਲਣੋਂ ਦੁੱਖੋਂ ਅੱਖ ਬਚਾ ਕੇ ਰਾਤ ਵੇਲੇ ਦੂਰ ਛੱਡ ਆਉਂਦੇ ਨੇ, ਜੋ ਮਾੜੀ ਗੱਲ ਹੀ ਨਹੀਂ ਪਾਪੀ ਹੈ।
ਉਹ ਵਿਚਾਰਾ ਸਰਦੀ ਦਾ ਮੌਸਮ ਖੇਤਾਂ ਵਿੱਚ ਗੁਜ਼ਾਰਦਾ, ਲੋਕਾਂ ਦੀਆਂ ਫਸਲਾਂ ਨੂੰ ਸਾਰੇ ਛੱਡੇ ਹੋਏ ਬੱਚੇ ਇਕੱਠੇ ਮਿਲ ਕੇ ਝੁੰਡ ਬਣਾ ਕੇ ਉਜਾੜਦੇ ਤੇ ਕੁੱਟ ਖਾਂਦੇ ਅੱਜ ਨਵੀਂ ਸਮੱਸਿਆ ਬਣ ਗਏ ਹਨ ਅਤੇ ਫਸਲਾਂ ਦੇ ਮਾਲਕ ਕਿਸਾਨਾਂ ਦੀ ਨੀਂਦ ਵੀ ਹਰਾਮ ਕਰਦੇ ਹਨ, ਜਿਸ ਦਾ ਹੁਣ ਤੱਕ ਹੱਲ ਨਹੀਂ ਲੱਭ ਸਕਿਆ। ਉਹ ਵੀ ਦਿਨ ਸਨ ਜਦੋਂ 1985 ਈਸਵੀ ਤੋਂ ਪਹਿਲੋਂ ਖੇਤੀ ਨਾ ਕਰਨ ਵਾਲੇ ਪਸ਼ੂ ਪਾਲਕ ਦੀ ਗਾਂ ਸੂਈ ਤੇ ਬੱਚਾ ਦਿੱਤੇ ਤੋਂ ਖੇਤੀ ਕਰਨ ਵਾਲੇ ਕਿਸਾਨ ਉਸ ਦੇ ਘਰ ਜਾਣ ਦੀ ਪਹਿਲ ਇਸ ਕਰਕੇ ਕਰਦੇ ਸਨ ਤਾਂ ਕਿ ਬੱਚੇ ਦੇ ਘਰ ਵਿੱਚ ਗਾਨਾ ਬਣ ਕੇ ਰੋਕਾਈਏ ਕਿ ਇਹ ਬੱਚਾ ਸਾਨੂੰ ਦੇਣਾ ਹੈ, ਅਸੀਂ ਇਸ ਦੀ ਕੀਮਤ ਦੇ ਦੇਵਾਂਗੇ। ਹੁਣ ਇਹ ਦਿਨ ਵੀ ਆ ਗਏ ਹਨ ਜਦੋਂ ਖੇਤੀ ਕਰਨ ਵਿੱਚ ਮਦਦ ਕਰਨ ਵਾਲੇ ਬੱਚੇ ਰੁਲਦੇ ਤੇ ਡਾਂਗਾਂ ਖਾਂਦੇ ਫਿਰਦੇ ਹਨ। ਹੁਣ ਤਾਂ ਬਲਦਾਂ ਬੱਚਿਆਂ ਦੀ ਪਹਿਲੀ ਤੇ ਦੇਸੀ ਅਸਲੀ ਨਸਲ ਵੀ ਅਲੋਪ ਹੋ ਚੁੱਕੀ ਹੈ, ਜਿਸ ਦੀ ਉਚੇਰੀ ਢੰਡੋਰੀ ਤੇ ਸਿੰਘ ਬਹੁਤ ਹੀ ਸੁੰਦਰ ਹੋਣ ਕਰਕੇ ਬਹੁਤ ਸਜਦੇ ਹੁੰਦੇ ਸਨ। 1985 ਈਸਵੀ ਤੋਂ ਪਹਿਲਾਂ ਖੇਤੀ ਕਰਨ ਵਾਲੇ ਕਿਸਾਨ ਆਪਣੇ ਸਾਰੇ ਪਸ਼ੂਆਂ ਨੂੰ ਗਰਮੀ ਦੇ ਮੌਸਮ ਵੇਲੇ ਦਿਨ ਰਾਤ ਤੇ ਸਰਦੀਆਂ ਨੂੰ ਸਾਰਾ ਦਿਨ ਘਰਾਂ ਤੋਂ ਦੂਰ ਖਾਲੀ ਖੇਤਾਂ ਵਿੱਚ ਰੱਖਦੇ ਹੁੰਦੇ ਸਨ। ਉਹਨਾਂ ਵਾਸਤੇ ਚਾਰਾ ਖਾਣ ਲਈ ਲੱਕੜੀ ਦੀਆਂ ਚੁੱਕਵੀਆਂ ਖੁਰਲੀਆਂ ਬਣਵਾਈਆਂ ਹੁੰਦੀਆਂ ਸਨ, ਜਿਨ੍ਹਾਂ ਹੀ ਥਾਂ ਬਦਲਦੀ ਰਹਿੰਦੀ। ਪਿੰਡਾਂ ਤੋਂ ਦੂਰ ਖੇਤਾਂ ਵਿੱਚ ਪਸ਼ੂਆਂ ਦੀ ਰਾਖੀ ਵਾਸਤੇ ਕਿਸਾਨਾਂ ਨੇ ਮੀਂਹ ਹਨੇਰੀ, ਧੁੱਪ ਅਤੇ ਰਾਤ ਨੂੰ ਤਰੇਲ ਤੋਂ ਆਪਣੇ ਆਪ ਅਤੇ ਮੰਜੇ ਬਿਸਤਰੇ ਨੂੰ ਬਚਾਉਣ ਵਾਸਤੇ ਚੁੱਕਵੀਂ ਛੰਨ ਜਾਂ ਮੰਜੇ ਦੇ ਉੱਪਰ ਹੀ ਗੁਲਾਈ ਵਿੱਚ ਸੋਟੀਆਂ ਬਣ ਕੇ ਛੋਟੀ ਜਿਹੀ ਮੰਜੇ ਵਾਲੀ ਛੰਨ ਬਣਾਈ ਹੁੰਦੀ ਸੀ। ਛੋਟੀ ਤੇ ਮੰਜੇ ਵਾਲੀ ਛੰਨ ਬਣਾਉਣ ਵਾਸਤੇ ਤੂਤ ਦੀਆਂ 4 ਲੰਬੀਆਂ ਤੇ ਮਜ਼ਬੂਤ ਸੋਟੀਆਂ ਨੂੰ ਮੰਜੇ ਦੇ ਚਾਰੇ ਪਾਵਿਆਂ ਨਾਲ ਇੱਕ ਇੱਕ ਨੂੰ ਰੱਸੀ ਬੰਨ੍ਹ ਕੇ ਉਹਨਾਂ ਵਿੱਚੋਂ ਬਾਹੀ ਦੇ ਦੋਹੇ ਪਾਸੇ ਵਾਲੀਆਂ ਸੋਟੀਆਂ ਨੂੰ ਗੋਲ ਘੁਮਾਇਆ ਜਾਂਦਾ ਤੇ ਰੱਸੀ ਨਾਲ ਬੰਨ੍ਹ ਕੇ ਬਣੇ 2 ਅਰਧ ਚੱਕਰਾਂ ਨੂੰ ਵੀ 6-7 ਸੇਰੂਆਂ ਤੋਂ ਹੋਰ ਲੰਬੀਆਂ ਮਜ਼ਬੂਤ ਸੋਟੀਆਂ ਨਾਲ ਬੰਨ੍ਹ ਦਿੱਤਾ ਜਾਂਦਾ। ਵਰਗੀ ਸ਼ਕਲ ਦੇ ਢਾਂਚੇ ਦੀ ਗੁਲਾਈ ਤੌਰ 'ਤੇ ਉੱਪਰ ਕੱਖਾਂ ਕਾਨਿਆਂ ਦੀ ਸਿਰਕੀ ਬਣਾ ਕੇ ਬੰਨ੍ਹ ਕੇ ਜਾਂ ਪੋਲੀਥੀਨ ਦੇ ਟੁਕੜੇ ਨਾਲ ਲਪੇਟ ਕੇ ਬੁੱਤਾ ਸਾਰਨ ਜੋਗੀ ਛੋਟੀ ਛੰਨ ਬਣਾ ਲਈ ਜਾਂਦੀ ਸੀ। ਵੱਡੀ ਢੁਕਵੀਂ ਛੰਨ। ਵੱਡੀ ਚੁੱਕਵੀਂ ਛੰਨ ਵਿੱਚ 2 ਜਾਂ ਵੱਧ ਵੀ ਮੰਜੇ ਬਾਰਿਸ਼ ਵੇਲੇ ਆ ਸਕਦੇ ਹਨ। ਇਹ ਉਸ ਦੇ ਆਕਾਰ ਉੱਤੇ ਨਿਰਭਰ ਹੁੰਦਾ ਹੈ। ਇਸ ਵੱਡੀ ਢੁਕਵੀਂ ਛੰਨ ਨੂੰ ਬਣਾਉਣ ਵਾਸਤੇ 4 ਵੱਡੀਆਂ ਤੇ ਮਜ਼ਬੂਤ ਬੱਲੀਆਂ ਵਿੱਚੋਂ 2 ਨੂੰ ਅੰਗਰੇਜ਼ੀ ਦੇ V ਅੱਖਰ ਵਾਂਗੂ ਇੱਕ ਸਿਰਾ ਲੋਹੇ ਦੇ ਮਜ਼ਬੂਤ ਕਿੱਲ ਨਾਲ ਜੋੜ ਕੇ ਬਣਾ ਦਿੱਤਾ ਜਾਂਦਾ ਹੈ। ਫਿਰ ਵੀ ਅੱਖਰ ਵਾਂਗੂ ਹੀ ਬਣੀਆਂ ਦੋਨੋਂ ਬੱਲੀਆਂ ਨੂੰ ਇੱਕ ਹੋਰ ਮਜ਼ਬੂਤ ਤੇ ਘੱਟ ਲੰਬੀ ਬੱਲੀ ਦੇ ਦੋਵੇਂ ਸਿਰਿਆਂ ਨੂੰ ਦੋਵੇਂ ਵੀ ਵਰਗੀ ਸ਼ਕਲ ਦੀਆਂ ਬੱਲੀਆਂ ਨਾਲ ਲੋਹੇ ਦੇ ਕਿੱਲਾਂ ਨਾਲ ਜੋੜ ਕੇ ਅੰਗਰੇਜ਼ੀ ਦੇ A ਅੱਖਰ ਵਰਗੀ ਸ਼ਕਲ ਦੇ ਦਿੱਤੀ ਜਾਂਦੀ ਹੈ। ਫਿਰ ਦੋਵੇਂ A ਵਰਗੀਆਂ ਸ਼ਕਲਾਂ ਨੂੰ ਬਰਾਬਰ ਖੜਵੀਆਂ ਕਰਕੇ ਇੱਕ ਮਜ਼ਬੂਤ ਬੱਲੀ ਨੂੰ ਦੋਨੋਂ A ਵਰਗੀਆਂ ਸ਼ਕਲਾਂ ਦੇ ਉੱਪਰ ਰੱਖ ਕੇ ਕਿੱਲਾਂ ਨਾਲ ਆਪਸ ਵਿੱਚ ਜੋੜ ਦਿੱਤਾ ਜਾਂਦਾ। ਉਸ ਤੋਂ ਮਗਰੋਂ 3 ਹੋਰ ਬੱਲੀਆਂ ਇੱਕ ਪਾਸੇ ਤੇ 3 ਹੀ ਦੂਸਰੇ ਪਾਸੇ ਕਿੱਲਾਂ ਨਾਲ ਜੋੜ ਕੇ ਚੁੱਕਵੀਂ ਛੰਨ ਦਾ ਢਾਂਚਾ ਤਿਆਰ ਕਰਕੇ ਢਾਂਚੇ ਉੱਪਰ ਦੋਵੇਂ ਪਾਸੇ ਕੱਖਾਂ ਕਾਨਿਆਂ ਦੇ 3 ਵਾਰ ਦੇ ਕੇ ਬਾਹਰ ਸੋਟੀਆਂ ਨੂੰ ਨਾਲ ਲਾ ਕੇ ਤੇ ਰੱਸੀ ਨਾਲ ਅੰਦਰ ਵਾਲੀਆਂ ਬੱਲੀਆਂ ਨੂੰ ਮਜ਼ਬੂਤੀ ਨਾਲ ਬੰਨ੍ਹ ਦਿੱਤਾ ਜਾਂਦਾ ਹੈ। ਕਈ ਵਾਰ ਕੱਖਾਂ ਕਾਨਿਆਂ ਦੇ ਵਾਰਾਂ ਉੱਪਰ ਪੋਲੀਥੀਨ ਦੇ ਵੱਡੇ 2 ਟੁਕੜੇ ਵੀ ਛੰਨ ਦੇ ਉੱਪਰ ਯਾਨੀ ਬਾਰਿਸ਼ ਦੇ ਪਾਣੀ ਤੋਂ ਹੋਰ ਬਚਾਅ ਕਰਨ ਲਈ ਲਪੇਟ ਦਿੱਤੇ ਜਾਂਦੇ ਹਨ। ਮੰਜੇ ਵਾਲੀ ਛੋਟੀ ਤੇ ਵੱਡੀ ਚੁੱਕਵੀਂ ਛੰਨਾਂ ਦੇ ਅੰਦਰ ਵੜਨ ਤੇ ਬਾਹਰ ਨਿਕਲਣ ਵਾਸਤੇ 2 ਰਾਹ ਹੁੰਦੇ ਨੇ, ਜਿੱਥੋਂ ਦੀ ਮੀਂਹ ਦੀ ਵਾਛੜ ਰੋਕਣ ਵਾਸਤੇ ਹੋਰ ਸਿਰਕੀ ਬਣਾ ਕੇ ਜਾਂ ਪੋਲੀਥੀਨ ਦੇ ਟੁਕੜੇ ਬਾਰਿਸ਼ ਵੇਲੇ ਲਗਾ ਦਿੱਤੇ ਜਾਂਦੇ ਹਨ ਤੇ ਮੀਂਹ ਵੇਲੇ ਚੱਲਦੇ ਝੱਖੜ ਦੇ ਧੱਕੇ ਤੋਂ ਛੰਨ ਨੂੰ ਬਚਾਉਣ ਵਾਸਤੇ ਅੰਗਰੇਜ਼ੀ ਅੱਖਰ Y ਵਰਗੀਆਂ 2 ਹੋਰ ਬੱਲੀਆਂ ਬਣਵਾ ਕੇ ਰੱਖੀਆਂ ਹੋਈਆਂ ਨੂੰ ਧੱਕਾਂ ਦੇ ਰੂਪ ਵਿੱਚ ਛੰਨ ਦੇ ਦੋਨੋਂ ਪਾਸੇ ਲਗਵਾ ਦਿੱਤੀਆਂ ਜਾਂਦੀਆਂ ਹਨ। ਮੰਜੇ ਉੱਪਰ ਬਣੀ ਛੋਟੀ ਛੰਨ ਅਤੇ ਇਸ ਵੱਡੀ ਛੰਨ ਦੋਵੇਂ ਚੁੱਕਵੀਆਂ ਛੰਨਾਂ ਬਣਵਾਉਣ ਦਾ ਇਹ ਫਾਇਦਾ ਹੁੰਦਾ ਹੈ ਕਿ ਇਹ ਜਦੋਂ ਮਨ ਚਾਹੇ ਇਹਨਾਂ ਨੂੰ ਜਿੱਥੇ ਵੀ ਮਰਜ਼ੀ ਨਾਲ ਚੁੱਕ ਕੇ ਰੱਖਿਆ ਜਾ ਸਕਦਾ ਹੈ। ਹੁਣ ਤਾਂ ਇਹ ਸਾਰਾ ਸੱਭਿਆਚਾਰ ਹੀ ਬਦਲ ਕੇ ਅਲੋਪ ਹੋ ਚੁੱਕਿਆ ਹੈ। ਕੱਚੇ ਮਕਾਨ। ਮਨੁੱਖ ਨੇ ਹੋਰ ਸਭੇ ਖੋਕੇ ਪੱਥਰਾਂ ਨੂੰ ਚੀਕਣੀ ਮਿੱਟੀ ਦੇ ਗਾਰੇ ਨਾਲ ਚਿਣ ਕੇ ਕੰਧਾਂ ਬਣਾਉਣੀਆਂ ਤੇ ਫਿਰ ਕੰਧਾਂ ਉੱਪਰ ਸੁੱਕੇ ਹੋਏ ਰੁੱਖਾਂ ਦੇ ਤਣਿਆਂ ਦੀਆਂ ਲਟੈਣਾ ਪਾ ਕੇ ਤੇ ਲਟੈਣਾ ਉੱਪਰ ਰੁੱਖਾਂ ਦੇ ਟਾਹਣਿਆਂ ਦੇ ਤੋੜੇ ਰੱਖ ਕੇ ਤੇ ਨੇੜੇ ਰੱਖੇ ਤੋੜਿਆਂ ਉੱਪਰ ਮੋਟੇ ਛਾਪਿਆਂ ਦੇ ਵਿੰਗੇ ਟੇਢੇ ਬਾਲੇ ਰੱਖ ਤੇ ਬਾਲਿਆਂ ਉੱਪਰ ਪੱਤਿਆਂ ਵਾਲੀਆਂ ਛਾਪੀਆਂ ਜਾਂ ਕੱਖਾਂ ਕਾਨਾਂ ਨੂੰ ਰੱਖ ਕੇ ਤੇ ਫਿਰ ਉੱਪਰ ਚੰਗੀ ਤੇ ਚੀਕਣੀ ਮਿੱਟੀ ਵਿਛਾ ਕੇ ਛੱਤ ਪਾਉਣੀ ਸਿੱਖੀ ਹੋਵੇਗੀ, ਜਿਸ ਤੋਂ ਬਾਰਿਸ਼ ਦਾ ਪਾਣੀ 4 ਚੁਫੇਰੇ ਨਿਕਲ ਕੇ ਹੇਠਾਂ ਵੱਲ ਡਿੱਗ ਸਕਦਾ ਹੋਵੇਗਾ। ਇਹ ਵੀ ਹੋ ਸਕਦਾ ਹੈ ਕਿ ਉਸ ਵੇਲੇ ਦੇ ਸੂਝਵਾਨ ਸਿਆਣਿਆਂ ਨੇ ਛੱਤਾਂ ਨੂੰ ਹੀ ਢਲਵਾਣੀ ਬਣਾਉਣ ਦੀ ਪਹਿਲੋਂ ਕੋਸ਼ਿਸ਼ ਕੀਤੀ ਹੋਵੇਗੀ। ਜਦੋਂ ਮਨੁੱਖਤਾ ਦਾ ਸਫ਼ਰ ਸੱਭਿਅਤਾ ਵਾਲੇ ਪਾਸੇ ਸ਼ੁਰੂ ਹੋਇਆ ਤਾਂ ਸ਼ੁਰੂ ਵਿੱਚ ਗਰਮੀ ਸਰਦੀ ਦੇ ਮੌਸਮਾਂ ਵੇਲੇ ਧੁੱਪ ਅਤੇ ਠੰਡ ਜਾਂ ਮੀਂਹ ਹਨੇਰੀ ਤੇ ਝੱਖੜਾਂ ਦੀ ਮਾਰ ਤੋਂ ਬਚਾਉਣ ਵਾਸਤੇ ਮਨੁੱਖਤਾ ਨੂੰ ਝੁੱਗੀਆਂ ਝੋਪੜੀਆਂ ਨੇ ਹੀ ਵੱਡਾ ਸਹਾਰਾ ਦਿੱਤਾ ਹੋਵੇਗਾ ਤੇ ਮਨੁੱਖੀ ਸਰੀਰਾਂ ਦੀ ਸੁਰੱਖਿਆ ਵੀ ਕੀਤੀ ਹੋਵੇਗੀ। ਹਜ਼ਾਰਾਂ ਸਾਲ
ਇਸ ਸਹਾਰੇ ਦਾ ਆਨੰਦ ਪ੍ਰਾਪਤ ਕਰਦਿਆਂ ਮਨੁੱਖਤਾ ਨੇ ਇਸ ਝੁੱਗੀ ਝੌਂਪੜੀ ਸੱਭਿਆਚਾਰ ਵਿੱਚ ਵੀ ਆ ਰਹੀਆਂ ਮੁਸ਼ਕਲਾਂ ਨੂੰ ਦੂਰ ਕਰਨ ਲਈ ਨਵੀਆਂ ਕਾਢਾਂ ਕੱਢਣ ਵੱਲ ਵੀ ਧਿਆਨ ਦਿੱਤਾ ਹੋਵੇਗਾ। ਇਸ ਦਾ ਇਹ ਫਾਇਦਾ ਵੀ ਹੋਇਆ ਹੋਵੇਗਾ ਕਿ ਕੰਧਾਂ ਵਾਲੀਆਂ ਝੌਂਪੜੀਆਂ ਵੱਧ ਸੁਰੱਖਿਅਤ ਤੇ ਲੰਬਾ ਸਮਾਂ ਸੁਰੱਖਿਅਤ ਹੋਣਗੀਆਂ ਤੇ ਝੱਖੜਾਂ ਦੇ ਝਟਕੇ ਝੱਲਦੀਆਂ ਹੋਣਗੀਆਂ, ਜਿਨ੍ਹਾਂ ਵਿੱਚ ਅੱਗ ਲੱਗਣ ਦਾ ਖਤਰਾ ਘੱਟ ਹੁੰਦਾ ਹੈ ਤੇ ਇਹ ਠੰਡੀਆਂ ਹਵਾਵਾਂ ਨੂੰ ਵੀ ਰੋਕਦੀਆਂ ਹੋਣਗੀਆਂ। ਕੰਧਾਂ ਦੀ ਉਸਾਰੀ। ਜਿਵੇਂ ਜਿਵੇਂ ਮਨੁੱਖਤਾ ਸੱਭਿਅਤਾ ਵੱਲ ਅੱਗੇ ਕਦਮ ਪੁੱਟਦੀ ਗਈ ਹੋਵੇਗੀ, ਤਿਵੇਂ ਤਿਵੇਂ ਝੁੱਗੀਆਂ ਝੋਪੜੀਆਂ ਦੀਆਂ ਸ਼ਕਲਾਂ ਤੇ ਮਾਡਲ ਵੀ ਬਦਲਦੇ ਗਏ ਹੋਣਗੇ ਤੇ ਬਣਾਉਣ ਦੇ ਢੰਗ ਤਰੀਕੇ ਵੀ ਬਦਲੇ ਹੋਣਗੇ। ਝੁੱਗੀਆਂ ਦੀਆਂ ਕੰਧਾਂ ਬਣਾਉਣ ਵਾਸਤੇ ਜਿੱਥੇ ਪੱਥਰ ਮਿਲ ਜਾਂਦੇ ਹੋਣਗੇ ਉੱਥੇ ਪੱਥਰਾਂ ਦੀ ਵਰਤੋਂ ਕਰਦੇ ਹੋਣਗੇ, ਪਰ ਜਿੱਥੇ ਪੱਥਰ ਨਹੀਂ ਮਿਲਦੇ ਹੋਣਗੇ ਉੱਥੇ ਉਸ ਦਾ ਬਦਲ ਤਲਾਸ਼ਦੇ ਹੋਏ ਗਿੱਲੀ ਤੇ ਚੀਕਣੀ ਮਿੱਟੀ ਦੀਆਂ ਪੱਥਰਾਂ ਜਿਹੜੀਆਂ ਇੱਟਾਂ ਬਣਾ ਕੇ ਤੇ ਉਹਨਾਂ ਨੂੰ ਚੰਗੀ ਤਰ੍ਹਾਂ ਸੁਕਾ ਕੇ ਵਰਤ ਕੇ ਦੇਖਿਆ ਗਿਆ ਹੋਵੇਗਾ। ਇਹਨਾਂ ਇੱਟਾਂ ਨੂੰ ਸੁਸਰੀਆਂ ਦਾ ਨਾਂ ਦਿੱਤਾ ਗਿਆ ਸੀ, ਜੋ 1920 ਤੋਂ 25 ਈਸਵੀ ਤੱਕ ਚਾਲੂ ਸਨ। ਉਸ ਤੋਂ ਮਗਰੋਂ ਵੱਡੀਆਂ ਯਾਨੀ ਡਬਲ ਇੱਟਾਂ ਦੇ ਨਾਪ ਸਾਈਜ਼ ਵਾਲੇ ਲੋਹੇ ਦੇ ਸੰਚੇ ਬਣਨ ਲੱਗ ਪਏ ਸਨ। ਪਿੰਡਾਂ ਵਿੱਚ 1920 ਤੋਂ 25 ਈਸਵੀ ਤੋਂ ਪਹਿਲੋਂ ਦੀਆਂ ਬਣੀਆਂ ਸਾਰੀਆਂ ਕੱਚੀਆਂ ਕੰਧਾਂ ਸੁਸਰੀ ਦੀਆਂ ਹੀ ਬਣੀਆਂ ਹੋਈਆਂ ਸਨ। ਇਸ ਤੋਂ ਪਹਿਲੋਂ ਭਾਵੇਂ ਛੋਟੀਆਂ ਪੱਕੀਆਂ ਨਾਨਕਸ਼ਾਹੀ ਇੱਟਾਂ ਬਣਦੀਆਂ ਤੇ ਉਸਾਰੀਆਂ ਵੀ ਹੁੰਦੀਆਂ ਸਨ, ਪਰ ਡਬਲ ਮੋਟੀ ਇੱਟ 20ਵੀਂ ਸਦੀ ਦੇ ਸ਼ੁਰੂ ਵਿੱਚ ਹੀ ਹੋਂਦ ਵਿੱਚ ਆਈ ਸੀ। ਪਿੰਡਾਂ ਵਿੱਚ ਧਾਰਮਿਕ ਸਥਾਨ, ਖੂਹਾਂ ਦੇ ਗੁਲਾਈ ਵਾਲੇ ਮਹਿਲ ਜਾਂ ਕੋਈ ਅਮੀਰ ਧਨਾੜ ਘਰਾਂ ਦੀਆਂ ਕੰਧਾਂ ਛੋਟੀਆਂ ਨਾਨਕਸ਼ਾਹੀ ਪੱਕੀਆਂ ਇੱਟਾਂ ਨਾਲ ਜ਼ਰੂਰ ਬਣੀਆਂ ਹੋਈਆਂ ਸਨ। ਉਸ ਤੋਂ ਬਗੈਰ ਪੁਰਾਣੀਆਂ ਸਰਕਾਰਾਂ ਵੱਲੋਂ ਬਣਾਈਆਂ ਗਈਆਂ ਸਾਰੀਆਂ ਉਸਾਰੀਆਂ ਵੀ ਛੋਟੀਆਂ ਪੱਕੀਆਂ ਇੱਟਾਂ ਦੀਆਂ ਹੁੰਦੀਆਂ ਸਨ। ਬਾਕੀ ਪੂਰੇ ਦੇ ਪੂਰੇ ਪਿੰਡ ਕੱਚੀਆਂ ਇੱਟਾਂ ਸੁਸਰੀਆਂ ਦੇ ਬਣੇ ਹੋਏ ਹੁੰਦੇ ਸਨ। ਪੱਥਰਾਂ ਤੇ ਸੁਸਰੀਆਂ ਦੀਆਂ ਕੰਧਾਂ। 1935 ਤੋਂ 1940 ਈਸਵੀ ਵੇਲੇ ਭਾਵੇਂ ਡਬਲ ਪੱਕੀਆਂ ਇੱਟਾਂ ਹੋਂਦ ਵਿੱਚ ਆ ਚੁੱਕੀਆਂ ਸਨ ਤੇ ਕੋਈ ਘਰ ਪਿੰਡਾਂ ਵਿੱਚ ਪੱਕਾ ਬਣ ਵੀ ਚੁੱਕਿਆ ਸੀ, ਉਸ ਵੇਲੇ ਡਬਲ ਇੱਟਾਂ ਦੀ ਕੀਮਤ ਪ੍ਰਤੀ 1000 4 ਜਾਂ 5 ਰੁਪਏ ਹੀ ਸੀ। ਪਰ ਪੈਸੇ ਦਾ ਪਸਾਰ ਬਹੁਤ ਘੱਟ ਹੋਣ ਕਰਕੇ ਡਬਲ ਇੱਟਾਂ ਦੀ ਇਹ ਕੀਮਤ ਵੀ ਬਹੁਤ ਮਹਿੰਗੀ ਗਿਣੀ ਜਾਂਦੀ ਸੀ। ਮਾਲ ਡੰਗਰਾਂ, ਪਸ਼ੂਆਂ ਵਾਸਤੇ ਕਮਰਾ, ਹਵੇਲੀ ਜਾਂ ਘਰਾਂ ਦੇ ਪੜਦੇ ਓਟੇ ਜਾਂ ਵਾਧੂ ਘਾਟੂ ਕੱਚੀ ਕੰਧ ਬਣਾਉਣ ਵਾਸਤੇ ਮੈਂ ਬਜ਼ੁਰਗਾਂ ਨੂੰ ਛੱਪੜਾਂ ਦੇ ਨੇੜੇ ਥਾਂ ਸਵਾਰ ਕੇ ਸੁਸਰੀਆਂ ਬਣਾਉਂਦਿਆਂ ਨੂੰ ਦੇਖਿਆ ਸੀ। ਬਜ਼ੁਰਗ ਛੱਪੜ ਵਿੱਚੋਂ ਚੀਕਣੀ ਮਿੱਟੀ ਕੱਢਦੇ ਤੇ ਸਵਾਰੇ ਹੋਏ ਥਾਂ ਉੱਤੇ ਰੱਖ ਕੇ ਉਸ ਵਿੱਚ ਹੋਰ ਸੁੱਕੀ ਮਿੱਟੀ ਮਿਲਾਉਂਦੇ ਤੇ ਗੁੰਨੀ ਹੋਈ ਗਿੱਲੀ ਮਿੱਟੀ ਦੀਆਂ ਬਰਾਬਰ ਦੀਆਂ ਸੁਸਰੀਆਂ ਥੱਪ ਲੈਂਦੇ ਸਨ। ਪਰ ਦੂਸਰੇ ਤੀਸਰੇ ਦਿਨ ਉਸ ਨੂੰ ਥੱਲ ਕੇ ਪੁੱਠਾ ਕਰਕੇ ਫਿਰ ਚੰਗੀ ਤਰ੍ਹਾਂ ਸੁਕਾ ਕੇ ਕੰਧ ਉਸਾਰਨ ਵਾਲੀ ਥਾਂ ਤੇ ਨੇੜੇ ਲਿਆ ਕੇ ਉੱਥੇ ਚੀਕਣੀ ਮਿੱਟੀ ਦਾ ਗਾਰਾ ਬਣਾ ਕੇ ਆਪ ਹੀ ਵਿੰਗੀ ਟੇਢੀ ਕੰਧ ਉਸਾਰ ਲੈਂਦੇ ਸਨ। ਉਸ ਵੇਲੇ ਕੰਧ ਨੂੰ ਸਿੱਧਾ ਰੱਖਣ ਵਾਸਤੇ ਸੂਤ, 90 ਡਿਗਰੀ ਤੇ ਉਸਾਰਨ ਵਾਸਤੇ ਸਾਹਲ ਤੇ ਲੇਬਲ ਤੇ ਉੱਪਰ ਖੜੇ ਹੋ ਕੇ ਕੰਮ ਉਸਾਰੀ ਕਰਨ ਵਾਸਤੇ ਪੈੜ ਦਾ ਰਿਵਾਜ ਨਹੀਂ ਸੀ ਚੱਲਿਆ। ਇੱਥੋਂ ਤੱਕ ਕਿ ਖੂਹ ਦੀ ਗੁਲਾਈ ਵਾਲੇ ਮਹਿਲ ਵੀ ਮਿਸਤਰੀ ਮਹਿਲ ਵਾਲੀ ਕੰਧ ਉੱਤੇ ਬੈਠ ਕੇ ਉਸਾਰੀ ਕਰਦੇ ਹੁੰਦੇ ਸਨ। ਸੁਸਰੀਆਂ ਤੇ ਪੱਥਰਾਂ ਦੀਆਂ ਕੰਧਾਂ ਕਰਨ ਦਾ ਢੰਗ ਤਰੀਕਾ ਇੱਕ ਹੀ ਸੀ। ਇਹਨਾਂ ਕੰਧਾਂ ਨੂੰ ਕਰਨ ਵਾਸਤੇ ਗਾਰੇ ਦੀ ਵਰਤੋਂ ਜ਼ਿਆਦਾ ਹੁੰਦੀ ਸੀ, ਕਿਉਂਕਿ ਸੁਸਰੀਆਂ ਤੇ ਪੱਥਰਾਂ ਦੀ ਬਣਤਰ ਡਬਲ ਇੱਟਾਂ ਵਰਗੀ ਨਹੀਂ ਸੀ ਹੁੰਦੀ। ਕੰਧਾਂ ਨੂੰ ਸਿੱਧਾ ਰੱਖਣ ਵਾਸਤੇ ਸੂਤ ਯਾਨੀ ਧਾਗਾ ਬਰਾਬਰ ਰੱਖਣ ਵਾਲੀ ਲੇਬਲ, 90 ਡਿਗਰੀ ਲੰਬ ਤੇ ਰੱਖਣ ਵਾਲੇ ਸਾਲ ਵਰਗੇ ਉਪਕਰਨ ਯੰਤਰ ਉਸ ਵੇਲੇ ਅਜੇ ਹੋਂਦ ਵਿੱਚ ਨਹੀਂ ਆਏ ਸਨ। ਉਸ ਵੇਲੇ ਛੱਪੜਾਂ ਦਾ ਪਾਣੀ ਅੱਜ ਕੱਲ੍ਹ ਵਾਂਗੂ ਮੈਲਾ ਤੇ ਬਦਬੂਦਾਰ ਨਹੀਂ ਸੀ ਹੁੰਦਾ, ਸਗੋਂ ਸਾਫ਼ ਸੁਥਰਾ ਤੇ ਨਹਾਉਣ ਯੋਗ ਹੁੰਦਾ ਸੀ। ਕਈ ਛੱਪੜਾਂ ਦਾ ਪਾਣੀ ਪੀਣ ਯੋਗ ਵੀ ਹੁੰਦਾ ਸੀ। ਹੁਣ ਤਾਂ ਬਾਬੇ ਨਾਨਕ ਦੀ ਕਾਲੀ ਵੇਈ ਵੀ ਸੱਚਮੁੱਚ ਕਾਲੇ ਰੰਗ ਦੀ ਹੋ ਗਈ। ਪਹਿਲੋਂ ਉਸ ਦਾ ਨਾਂ ਸਿਰਫ ਕਾਲੀ ਹੀ ਸੀ। ਮਿੱਟੀ ਦੀਆਂ ਕੰਧਾਂ। ਮਿੱਟੀ ਨੂੰ ਥੋੜ੍ਹੀ ਗਿੱਲੀ ਕਰਕੇ ਲੱਕੜੀ ਦੇ ਤਖਤਿਆਂ ਦਾ ਫਰੇਮ ਬਣਾ ਕੇ ਉਸ ਵਿੱਚ ਥੋੜ੍ਹੀ ਉਸ ਮਿੱਟੀ ਨੂੰ ਸੁੱਟ ਕੇ ਲੋਹੇ ਦੇ ਭਾਰੇ ਕਣਾ ਹਥੌੜਿਆਂ ਵਿੱਚ 4-5 ਫੁੱਟ ਲੰਬੇ ਲੱਕੜੀ ਦੇ ਦਸਤੇ ਪਾ ਕੇ ਉਹਨਾਂ ਨਾਲ ਮਿੱਟੀ ਨੂੰ ਬਹੁਤ ਕੁੱਟ ਕੇ ਚੰਗੀ ਤਰ੍ਹਾਂ ਜੰਮ ਜਾਣ ਤੋਂ ਮਗਰੋਂ ਤਖਤਿਆਂ ਨੂੰ ਉਤਾਰਿਆ ਜਾਂਦਾ ਸੀ। ਜਿੱਥੋਂ ਤੱਕ ਕੰਧ ਦੀ ਲੰਬਾਈ ਰੱਖਣੀ ਹੁੰਦੀ ਹੋਵੇ ਉੱਥੋਂ ਤੱਕ ਉਹੀ ਤਖਤੇ ਅੱਗੇ ਤੋਂ ਅੱਗੇ ਮੁੜ ਫਿੱਟ ਕਰਕੇ ਪਹਿਲਾ ਵਾਰ ਪੂਰਾ ਕਰ ਦਿੱਤਾ ਜਾਂਦਾ ਸੀ। ਮਿੱਟੀ ਦੀ ਕੰਧ ਬਣਾਉਣ ਲਈ ਲੱਕੜੀ ਦੇ ਤਖਤਿਆਂ ਦੇ ਫਰੇਮ ਬਣਾਉਣ ਦਾ ਵੀ ਰਿਵਾਜ ਚੱਲਿਆ ਸੀ। ਲੱਕੜੀ ਦੇ ਫਰੇਮਾਂ ਦੀ ਚੜਾਈ ਰੱਖ ਕੇ ਖਾਲੀ ਥਾਂ ਵਿੱਚ ਮਿੱਟੀ ਭਰ ਦਿੱਤੀ ਜਾਂਦੀ ਤੇ ਕੰਧ ਉਸਾਰ ਲਈ ਜਾਂਦੀ। ਤਖਤੇ ਉਤਾਰਨ ਤੋਂ ਮਗਰੋਂ ਕੁੱਟ ਕੇ ਜਮਾਈ ਹੋਈ ਮਿੱਟੀ ਦੀ ਕੰਧ ਖਿੱਲਰਦੀ ਨਹੀਂ ਸੀ ਹੁੰਦੀ, ਕਿਉਂਕਿ ਮਿੱਟੀ ਦੇ ਕਣ ਇੱਕ ਦੂਸਰੇ ਕਣ ਨਾਲ ਥੋੜਿਆਂ ਦੀ ਕੁੱਟ ਕਾਰਨ ਆਪਸ ਵਿੱਚ ਜੋੜੇ ਹੋਏ ਹੁੰਦੇ ਸਨ। ਇਸੇ ਤਰ੍ਹਾਂ ਕੰਧ ਦੀ ਉਚਾਈ ਦੀ ਲੋੜ ਪੂਰੀ ਕਰਨ ਤੱਕ ਮੁੜ ਕੇ ਤਖਤਿਆਂ ਦੀ ਮਦਦ ਨਾਲ ਵਾਰ ਦੇ ਦਿੱਤੇ ਜਾਂਦੇ ਸੀ। ਕੰਧ ਦੀ ਮੋਟਾਈ ਜਿੰਨੀ ਵੀ ਰੱਖਣੀ ਹੋਵੇ ਉਨੀ ਦੂਰੀ ਤੱਕ ਤਖਤਿਆਂ ਨੂੰ ਫਿੱਟ ਕਰ ਦਿੱਤਾ ਜਾਂਦਾ ਸੀ, ਪਰ ਹੇਠਲੇ ਵਾਰ ਨੂੰ ਥੋੜ੍ਹਾ ਮੋਟਾ ਅਤੇ ਉਸ ਤੋਂ ਮਗਰਲੇ ਉੱਪਰਲੇ ਸਾਰੇ ਵਾਰਾਂ ਦੀ ਮੋਟਾਈ, ਕੰਧ ਦੀ ਚੜਾਈ ਥੋੜ੍ਹੀ ਘੱਟ ਹੁੰਦੀ ਜਾਂਦੀ ਰਹਿਣੀ ਚਾਹੀਦੀ ਹੈ। ਇਸ ਕਿਸਮ ਦੀ ਕੰਧ ਦੀ ਉਸਾਰੀ ਵਿੱਚ ਚੰਗੀ ਮਿੱਟੀ ਜੋ ਗਿੱਲੀ ਕਰਕੇ ਹੀ ਵਰਤੀ ਜਾ ਸਕਦੀ ਸੀ। ਇਸ ਵਿੱਚ ਇੱਟਾਂ ਤੇ ਗਾਰੇ ਦੀ ਲੋੜ ਨਹੀਂ ਸੀ ਹੁੰਦੀ। ਉਸ ਤੋਂ ਮਗਰੋਂ ਉਹ ਢੰਗ ਤਰੀਕਾ ਨਹੀਂ ਦੇਖਿਆ ਹੈ। ਇਸ ਕਿਸਮ ਦੀ ਬਣੀ ਕੰਧ ਨੂੰ ਚੋਰ ਸੰਨ ਨਹੀਂ ਲਾ ਸਕਦੇ ਸਨ। ਸੰਨ ਲਾਉਣੀ ਦਾ ਅਰਥ ਹੁੰਦਾ ਹੈ ਘਰ ਦੀ ਪਿਛਲੀ ਕੰਧ ਦੇ ਛੁਪੇ ਹੋਏ ਥਾਂ ਤੋਂ ਰਾਤ ਵੇਲੇ ਕੰਧ ਪਾੜ ਕੇ ਚੋਰ ਚੋਰੀ ਕਰਦੇ ਹੁੰਦੇ ਸਨ।
ਡਬਲ ਇੱਟਾਂ ਕੱਚੀਆਂ ਤੇ ਪੱਕੀਆਂ ਨਾਲ ਕੰਧ ਦੀ ਉਸਾਰੀ। ਡਬਲ ਇੱਟਾਂ ਨੂੰ ਬਣਾਉਣ ਵਾਸਤੇ ਸੰਚੇ ਮੇਰੇ ਅਨੁਮਾਨ ਅਨੁਸਾਰ 20ਵੀਂ ਸਦੀ ਦੇ ਸ਼ੁਰੂ ਵਿੱਚ ਹੋਂਦ ਵਿੱਚ ਆਏ ਸਨ। ਉਹਨਾਂ ਤੋਂ ਬਣੀਆਂ ਕੱਚੀਆਂ ਇੱਟਾਂ ਤੋਂ ਬਣੀਆਂ ਕੰਧਾਂ ਦੀ ਉਸਾਰੀ ਵੀ ਉਦੋਂ ਹੀ ਸ਼ੁਰੂ ਹੋਈ ਲੱਗਦੀ ਹੈ। ਪਰ ਇਸ ਵੱਡੀ ਇੱਟ ਨੂੰ ਬਣਾਉਣ ਵਾਸਤੇ ਪੱਠਿਆਂ ਦੀ ਗਿਣਤੀ ਘੱਟ ਸੀ। ਪਿੰਡਾਂ ਵਿੱਚ ਇਸ ਪੱਕੀ ਇੱਟ ਨਾਲ ਉਸਾਰੀ ਲਗਭਗ 1920 ਤੋਂ 1925 ਈਸਵੀ ਦੇ ਨੇੜੇ ਤੇੜੇ ਸ਼ੁਰੂ ਹੋਈ ਹੋਵੇਗੀ। ਇਸ ਤੋਂ ਪਹਿਲਾਂ ਘਰੇਲੂ ਮਕਾਨ ਤਾਂ ਕੱਚੀਆਂ ਇੱਟਾਂ ਦੇ ਬਣਾਏ ਹੁੰਦੇ ਸਨ, ਪਰ ਸਾਂਝੇ ਥਾਂ ਜਿਵੇਂ ਧਾਰਮਿਕ ਮਕਾਨ ਤੇ ਖੂਹ ਪੱਕੀ ਡਬਲ ਇੱਟ ਦੇ ਬਣਦੇ ਸਨ। ਉਸ ਤੋਂ ਵੀ ਹੋਰ ਪਹਿਲੀਆਂ ਉਸਾਰੀਆਂ ਪੱਕੀ ਛੋਟੀ ਨਾਨਕਸ਼ਾਹੀ ਇੱਟਾਂ ਦੀਆਂ ਹਨ, ਜੋ ਹੁਣ ਬਹੁਤ ਪੁਰਾਣੀਆਂ ਉਸਾਰੀਆਂ ਹੋਣ ਕਰਕੇ ਖਿਲਰ ਚੁੱਕੀਆਂ ਹਨ ਤੇ ਨਵੀਆਂ ਉਸਾਰੀਆਂ ਦੀਆਂ ਫਰਸ਼ਾਂ ਬਣਾਉਣ ਵਿੱਚ ਵਰਤੀਆਂ ਜਾ ਰਹੀਆਂ ਹਨ। ਪਿੰਡ ਵਿੱਚ ਵੱਡੀਆਂ ਕੱਚੀਆਂ ਇੱਟਾਂ ਦੀ ਚਿਣਾਈ ਵਿੱਚ ਗਾਰੇ ਦੀ ਵਰਤੋਂ ਤਾਂ ਹੋਣੀ ਹੀ ਸੀ। ਪੱਕੀਆਂ ਡਬਲ ਇੱਟਾਂ ਦੀ ਚਿਣਾਈ ਵੀ 1980 ਤੋਂ 1985 ਈਸਵੀ ਤੱਕ ਗਾਰੇ ਨਾਲ ਹੀ ਹੁੰਦੀ ਰਹੀ ਸੀ। ਪਰ ਉਸ ਵੇਲੇ ਉਸਾਰੀਆਂ ਵਿੱਚ ਵਰਤਣ ਵਾਲੇ ਉਪਕਰਨਾਂ ਯੰਤਰਾਂ ਜਿਵੇਂ ਸਾਹਲ, ਸੂਤ, ਲੈਵਲ ਤੇ ਪੈੜ ਦੀ ਵਰਤੋਂ ਹੋਣ ਲੱਗ ਪਈ ਸੀ। ਉਸ ਤੋਂ ਮਗਰੋਂ ਚਿਣਾਈ ਸੀਮੈਂਟ ਨਾਲ ਹੋਣ ਲੱਗ ਪਈ ਹੈ। ਗਲੇਫੀ ਕੰਧਾਂ। ਗਲੇਫੀ ਕਿਸਮ ਦੀ ਕੰਧ ਬਾਹਰੋਂ ਪੱਕੀ ਤੇ ਅੰਦਰੋਂ ਕੱਚੀ ਹੁੰਦੀ ਸੀ। ਕੱਚੀਆਂ ਤੇ ਪੱਕੀਆਂ ਡਬਲ ਇੱਟਾਂ ਨਾਲ ਬਣੀ, ਭਾਵ ਗਿਣਤੀ ਪੱਖੋਂ ਕੱਚੀਆਂ ਤੇ ਪੱਕੀਆਂ ਇੱਕੋ ਸਾਈਜ਼ ਦੀਆਂ ਡਬਲ ਇੱਟਾਂ ਬਰਾਬਰ ਗਿਣਤੀ ਵਿੱਚ ਚਿਣ ਕੇ ਬਣਾਈਆਂ ਜਾਂਦੀਆਂ ਸਨ। ਗਲੇਫੀ ਕਿਸਮ ਦੀ ਕੰਧਾਂ ਦੀ ਉਸਾਰੀ ਵਾਲੇ ਸਮੇਂ ਭਾਵੇਂ ਡਬਲ ਪੱਕੀਆਂ ਇੱਟਾਂ ਦੀ ਕੀਮਤ ਸਿਰਫ 3, 4 ਜਾਂ 5 ਰੁਪਏ ਪ੍ਰਤੀ ਹਜ਼ਾਰ ਸੀ, ਪਰ ਉਸ ਵੇਲੇ ਸਿੱਕੇ ਦਾ ਪ੍ਰਸਾਰ ਬਹੁਤ ਹੀ ਘੱਟ ਹੋਣ ਕਰਕੇ ਲੋਕਾਂ ਕੋਲ ਪੈਸਾ ਵੀ ਬਹੁਤ ਘੱਟ ਹੁੰਦਾ ਸੀ। ਉਸ ਵੇਲੇ ਗਰੀਬ ਲੋਕਾਂ ਦੇ ਘਰ ਤਾਂ ਕੱਚੇ ਹੀ ਹੁੰਦੇ ਸਨ ਤੇ ਅਮੀਰ ਲੋਕ ਆਪਣੇ ਘਰਾਂ ਨੂੰ ਪੱਕਾ ਬਣਵਾ ਹੀ ਲੈਂਦੇ ਹੁੰਦੇ ਸਨ, ਪਰ ਵਿਚਕਾਰ ਵਾਲੇ ਮੇਲ ਦੇ ਲੋਕ ਵੀ ਅਮੀਰਾਂ ਦੀ ਰੀਸ ਕਰਕੇ ਪੱਕਾ ਘਰ ਬਣਾਉਣ ਵਾਸਤੇ ਕੋੜਾ ਕੁੱਟ ਭਰ ਕੇ ਮਿਸਤਰੀਆਂ ਨਾਲ ਸਲਾਹ ਮਸ਼ਵਰਾ ਕਰਕੇ ਕੁੱਲ ਇੱਟਾਂ ਦੀ ਅੱਧੋ ਅੱਧ ਗਿਣਤੀ ਵਿੱਚ ਕੱਚੀਆਂ ਤੇ ਪੱਕੀਆਂ ਇੱਟਾਂ ਮੰਗਵਾ ਲੈਂਦੇ ਸਨ। ਇੱਟਾਂ ਦੀ ਢੋਆ-ਢੁਆਈ ਉਸ ਵੇਲੇ ਖੋਤਿਆਂ ਦੇ ਟੋਲਿਆਂ ਨਾਲ ਕੀਤੀ ਜਾਂਦੀ ਸੀ। ਇਸ ਦਾ ਇਹ ਵੀ ਫਾਇਦਾ ਹੁੰਦਾ ਸੀ ਕਿ ਇੱਟਾਂ ਪਿੰਡ ਦੀਆਂ ਤੰਗ ਗਲੀਆਂ ਦੇ ਵਿੱਚੋਂ ਦੀ ਹੋ ਕੇ ਦੂਰ ਆਖਰੀ ਘਰਾਂ ਤੱਕ ਵੀ ਪਹੁੰਚ ਜਾਂਦੀਆਂ ਸਨ। ਇੱਕ ਗਧੇ ਖੋਤੇ ਉੱਤੇ 12 ਇੱਕ ਪਾਸੇ ਤੇ 12 ਇੱਟਾਂ ਦੂਜੇ ਪਾਸੇ ਤੇ 1 ਜਾਂ 3 ਇੱਟਾਂ ਉੱਪਰ ਵਿਚਕਾਰ ਰੱਖੀਆਂ ਜਾਂਦੀਆਂ ਸਨ। ਇੱਟਾਂ ਢੋਣ ਵਾਸਤੇ ਗਧਿਆਂ ਦੇ ਉੱਪਰ ਦੋਨੋਂ ਪਾਸੇ ਕੱਪੜੇ ਦੀਆਂ ਲੀਰਾਂ ਦੇ ਝੋਲੇ ਜਿਹੜੇ ਬਣਵਾ ਕੇ ਲਮਕਾਏ ਹੋਏ ਹੁੰਦੇ ਸਨ। ਗਲੇਫੀ ਕੰਧ ਦੀ ਉਸਾਰੀ ਵਾਸਤੇ ਮਿਸਤਰੀ ਕੰਧ ਦੀ ਹਰ ਬਾਹਰਲੀ ਇੱਟ ਪੱਕੀ ਤੇ ਹਰ ਅੰਦਰਲੀ ਇੱਟ ਕੱਚੀ ਚਿਣਦੇ ਹੁੰਦੇ ਸਨ ਤੇ ਗਲੇਫੀ ਕੰਧ ਦੀ ਵਰਤੋਂ ਛੱਤਾਂ ਵਾਲੇ ਮਕਾਨਾਂ ਵਾਸਤੇ ਕੀਤੀ ਜਾਂਦੀ ਸੀ। ਉੱਪਰੋਂ ਨੰਗੀ ਕੰਧ ਵਾਸਤੇ ਨਹੀਂ ਤੇ ਕੰਧ ਦੇ ਪੱਕੇ ਪਾਸੇ ਬਾਹਰ ਵੱਲ ਪੱਕੀਆਂ ਇੱਟਾਂ ਨੂੰ ਪਾਣੀ ਨਾਲ ਧੋ ਗਿੱਲਾ ਕਰਕੇ ਇੱਟਾਂ ਵਿਚਕਾਰੋਂ ਥੋੜ੍ਹਾ ਗਾਰਾ ਕੱਢ ਕੇ ਉੱਥੇ 1 ਤਿੰਨ ਦੀ ਮਿਕਦਾਰ ਨਾਲ ਮਿਲੇ ਗਿੱਲੇ ਸੀਮੈਂਟ ਤੇ ਰੇਤ ਦੀ ਬੱਤੀ ਮਿਸਤਰੀ ਆਪਣੀ ਕਾਂਢੀ ਨਾਲ ਚਿਪਕਾ ਦਿੰਦੇ ਹੁੰਦੇ ਸਨ, ਜਿਸ ਨੂੰ ਟੀਪ ਕੀਤੀ ਕੰਧ ਕਹਿੰਦੇ ਹੁੰਦੇ ਸੀ। ਇਹ ਰਿਵਾਜ ਹੁਣ ਅਲੋਪ ਹੋ ਚੁੱਕਾ ਹੈ। ਗਲੇਫੀ ਕੰਧ ਦੀ ਮੋਟਾਈ 1.5 ਇੱਟ ਦੀ ਭਾਵ 13.5 ਇੰਚ ਹੁੰਦੀ ਸੀ, ਕਿਉਂਕਿ ਇੱਕ ਡਬਲ ਇੱਟ ਦੀ ਲੰਬਾਈ 9 ਇੰਚ, ਚੌੜਾਈ 4.5 ਇੰਚ ਤੇ ਮੋਟਾਈ 2.5 ਇੰਚ ਹੁੰਦੀ ਹੈ। ਗਲੇਫੀ ਕੰਧ ਦੇ ਅੰਦਰਲੇ ਪਾਸੇ ਤੂੜੀ ਮਿੱਟੀ ਦੇ ਗਾਰੇ ਨਾਲ ਮਿਸਤਰੀ ਕੱਚੀਆਂ ਇੱਟਾਂ ਦੇ ਉੱਪਰ ਆਪਣੀ ਕਾਂਢੀ ਨਾਲ ਸੁੰਦਰ ਲਿਪਾਈ ਕਰ ਦਿੰਦੇ, ਜਿਸ ਦੇ ਚੰਗੀ ਤਰ੍ਹਾਂ ਸੁੱਕਣ ਤੋਂ ਮਗਰੋਂ ਚਿੱਟੇ ਰੰਗ ਦੀ ਪੋਚਾ ਮਿੱਟੀ ਨੂੰ ਪਾਣੀ ਵਿੱਚ ਚੰਗੀ ਤਰ੍ਹਾਂ ਘੋਲ ਕੇ ਕੱਪੜੇ ਨਾਲ ਕੰਧ ਉੱਤੇ ਦੁਬਾਰਾ ਤੇ ਡਬਲ ਪੋਚਾ ਮਾਰ ਦਿੱਤਾ ਜਾਂਦਾ ਸੀ, ਜਿਸ ਨਾਲ ਅੰਦਰਲੀ ਕੰਧ ਵੀ ਸਫੇਦੀ ਕੀਤੀ ਵਾਂਗੂ ਸੁੰਦਰ ਲੱਗਣ ਲੱਗ ਪੈਂਦੀ ਸੀ। ਹੁਣ ਇਹ ਸਾਰਾ ਗਲੇਫੀ ਕੰਧ ਤੇ ਪੋਚਾ ਚਿੱਟੀ ਮਿੱਟੀ ਤੇ ਖੋਤਿਆਂ ਊਠ ਤੇ ਘੋੜਿਆਂ ਨਾਲ ਸਮਾਨ ਢੋਣ ਦਾ ਸਾਰਾ ਸੱਭਿਆਚਾਰ ਅਲੋਪ ਹੋ ਚੁੱਕਿਆ ਹੈ। ਚੀਕਣੀ ਮਿੱਟੀ ਦੇ ਬਣੇ ਗਾਰੇ ਜਾਂ ਸੀਮੈਂਟ ਨਾਲ ਉਸਾਰੀਆਂ ਕੰਧਾਂ ਹੀ ਪੂਰਾ ਮਕਾਨ ਜਾਂ ਕਮਰਾ ਨਹੀਂ ਹੁੰਦੀਆਂ, ਇਹ ਤਾਂ ਸਗੋਂ ਮਕਾਨ ਦਾ ਇੱਕ ਹਿੱਸਾ ਹੁੰਦੀਆਂ ਹਨ। ਇਸ ਤੋਂ ਬਗੈਰ ਕਮਰੇ ਦੀ ਛੱਤ, ਦਰਵਾਜ਼ੇ, ਖਿੜਕੀਆਂ, ਰੋਸ਼ਨਦਾਨ ਤੇ ਅਲਮਾਰੀਆਂ ਵਾਂਗ ਸਾਰੇ ਹਿੱਸੇ ਮਿਲ ਕੇ ਕਮਰਾ ਅਖਵਾਉਂਦਾ ਹੈ, ਜੋ ਸਰਦੀ, ਗਰਮੀ, ਹਨੇਰੀ, ਤੂਫਾਨ, ਮੀਂਹ, ਝੱਖੜ ਤੇ ਧੁੱਪ ਤੋਂ ਮਨੁੱਖੀ ਸਰੀਰਾਂ ਨੂੰ ਸੁਰੱਖਿਆ ਪ੍ਰਦਾਨ ਕਰਦਾ ਹੈ। ਇਹਨਾਂ ਵਿੱਚੋਂ ਕੰਧਾਂ ਹਨੇਰੀ, ਤੂਫਾਨ ਤੋਂ ਬਚਾਉਂਦੀਆਂ ਤੇ ਛੱਤਾਂ ਦਾ ਭਾਰ ਚੁੱਕਦੀਆਂ ਹਨ। ਛੱਤਾਂ ਮੀਂਹ, ਝੱਖੜ ਤੇ ਧੁੱਪ ਤੋਂ ਬਚਾਉਂਦੀਆਂ ਹਨ। ਦਰਵਾਜ਼ਾ ਕਮਰੇ ਦੇ ਅੰਦਰ ਬਾਹਰ ਜਾਣ ਦਾ ਰਾਹ ਹੁੰਦਾ ਹੈ। ਖਿੜਕੀ ਹਵਾ, ਰੋਸ਼ਨਦਾਨ ਰੋਸ਼ਨੀ ਵਾਸਤੇ ਹੁੰਦੀ ਹੈ ਤੇ ਅਲਮਾਰੀ ਘਰੇਲੂ ਸਮਾਨ ਸੰਭਾਲਦੀ ਹੈ ਤੇ ਬਾਕੀ ਫਰਨੀਚਰ ਵੱਖ-ਵੱਖ ਕੰਮਾਂ ਲਈ ਵਰਤਿਆ ਜਾਂਦਾ ਹੈ। ਵਿਗਿਆਨਕ ਅਤੇ ਤਰੱਕੀ ਦੇ ਇਸ ਆਧੁਨਿਕ ਦੌਰ ਵਿੱਚ ਛੱਤਾਂ ਵਾਲੇ ਹੀ ਬਹੁਤ ਭਾਂਤੀ ਕਮਰੇ ਜੋ ਵੱਖ-ਵੱਖ ਮਕਸਦ ਤੇ ਨਾਮਾਂ ਵਾਲੇ ਬਣ ਲੱਗ ਪਏ ਹਨ ਤੇ ਉਹਨਾਂ ਵਿੱਚ ਉਸੇ ਕੰਮ ਵਿੱਚ ਵਰਤਣ ਵਾਲਾ ਫਰਨੀਚਰ ਤੇ ਸਹੂਲਤਾਂ ਅਨੇਕ ਹੁੰਦੀਆਂ ਹਨ, ਜਿਨ੍ਹਾਂ ਦੇ ਇੱਥੇ ਨਾਂ ਤੇ ਗਿਣਤੀ ਵੀ ਨਹੀਂ ਲਿਖੀ ਜਾ ਸਕਦੀ। ਕੰਧਾਂ ਦਾ ਆਧੁਨਿਕ ਮਾਡਲ ਪਿੰਡਾਂ ਵਿੱਚ ਤਾਂ ਨਹੀਂ, ਪਰ ਸ਼ਹਿਰਾਂ ਵਿੱਚ ਦੇਖਣ ਨੂੰ ਮਿਲਦਾ ਹੈ ਕਿ ਬਹੁਤ ਵੱਡੀ ਇਮਾਰਤ ਦਾ ਕੰਪਲੈਕਸ ਬਹੁਤ ਵੱਡੇ ਰਕਬੇ ਵਿੱਚ ਕਈ ਮੰਜ਼ਿਲਾ ਉੱਚਾ ਮਜ਼ਬੂਤ ਢਾਂਚਾ ਸੀਮੈਂਟ, ਬਜਰੀ ਤੇ ਲੋਹੇ ਨਾਲ ਉਸਾਰਿਆ ਜਾਂਦਾ ਹੈ ਅਤੇ ਉਸ ਢਾਂਚੇ ਵਿੱਚ ਬਹੁਤ ਸਾਰੇ ਪਿਲਰ 90 ਡਿਗਰੀ ਤੇ ਖੜੇ ਕੀਤੇ ਜਾਂਦੇ ਹਨ ਤੇ ਫਿਰ ਪਹਿਲੀ ਮੰਜ਼ਿਲ ਤੋਂ ਲੈ ਕੇ ਉੱਪਰ ਆਖਰੀ ਮੰਜ਼ਿਲ ਤੱਕ ਮਜ਼ਬੂਤ ਬੀਮ ਬਣਾ ਦਿੱਤੇ ਜਾਂਦੇ ਹਨ।
ਉਸ ਤੋਂ ਮਗਰੋਂ ਪੂਰੀ ਇਮਾਰਤ ਬਣੀ ਹੋਈ ਨਜ਼ਰ ਆਉਣ ਲੱਗ ਪੈਂਦੀ ਹੈ। ਉਸ ਇਮਾਰਤ ਦੀ 4 ਚਫੇਰੇ ਵਾਲੀ ਅਤੇ ਕੁਝ ਅੰਦਰ ਵਾਲੀਆਂ ਜ਼ਰੂਰੀ ਕੰਧਾਂ ਤਾਂ ਮਜ਼ਬੂਤ ਬਣਾਈਆਂ ਜਾਂਦੀਆਂ ਹਨ, ਬਾਕੀ ਪਰਦੇ ਦੇ ਤੌਰ 'ਤੇ ਬਣਵਾ ਲੈਂਦੇ ਹੋਣਗੇ। ਸੁਣਨ ਵਿੱਚ ਇਹ ਵੀ ਆਉਂਦਾ ਹੈ ਕਿ ਵਿਦੇਸ਼ਾਂ ਵਿੱਚ ਰਿਹਾਇਸ਼ੀ ਥਾਵਾਂ ਦੀਆਂ ਅੰਦਰੂਨੀ ਕੰਧਾਂ ਲੱਕੜ ਦੀਆਂ ਬਣੀਆਂ ਹੋਈਆਂ ਹੁੰਦੀਆਂ ਹਨ। ਮੈਂ ਇੱਥੇ ਵੀ ਹੁਣ ਵੇਖ ਸਕਦਾ ਬਹੁਤ ਵੱਡੇ ਕਮਰਿਆਂ ਦੇ ਅੰਦਰ ਪਲਾਈਵੁੱਡ ਜਾਂ ਲੋਹੇ ਦੀ ਪੱਤੀ ਦੇ ਫਰੇਮ ਬਣਾ ਕੇ ਉਸ ਵਿੱਚ ਸ਼ੀਸ਼ੇ ਦੇ ਜਾਂ ਪਲਾਈਵੁੱਡ ਦੇ ਵੱਡੇ ਵੱਡੇ ਟੁਕੜੇ ਫਿੱਟ ਕਰਕੇ ਕਈ ਵੱਖ-ਵੱਖ ਛੋਟੇ-ਛੋਟੇ ਕਮਰੇ ਬਣਾਏ ਜਾਂਦੇ ਹਨ ਜੋ ਬਹੁਤ ਸੁੰਦਰ ਲੱਗਦੇ ਹਨ। ਹੋ ਸਕਦਾ ਹੈ ਇਹ ਨਵਾਂ ਰਿਵਾਜ ਜੋ ਬਾਹਰ ਦੀ ਕੀਤੀ ਨਕਲ ਹੋਵੇ। ਕੰਧਾਂ ਬਣਾਉਣ ਦਾ ਇਹ ਚੱਲਿਆ ਨਵਾਂ ਸੱਭਿਆਚਾਰ ਉਦੋਂ ਤੱਕ ਚੱਲਦਾ ਰਹੇਗਾ ਜਦੋਂ ਤੱਕ ਇਸ ਤੋਂ ਵੀ ਵਧੀਆ ਨਵਾਂ ਸੱਭਿਆਚਾਰ ਹੋਂਦ ਵਿੱਚ ਨਹੀਂ ਆ ਜਾਂਦਾ। ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸ ਸਕਦਾ ਹੈ, ਕਿਉਂਕਿ ਤਬਦੀਲੀ ਕੁਦਰਤ ਦਾ ਨਿਯਮ ਹੈ ਜੋ ਹੁੰਦੀ ਹੀ ਹੈ। ਮਨੁੱਖਤਾ ਦੀ ਸੁਰੱਖਿਆ ਵਾਸਤੇ ਮਕਾਨ ਦੀ ਬਾਕੀ ਕੜੀ ਅਗਲੇ ਭਾਗ ਵਿੱਚ।